ਅਜਿਹਾ ਬਿਲਕੁਲ ਨਹੀਂ ਹੈ। ਮੈਂ ਤਾਂ ਰੁਝੇਵਿਆਂ 'ਚ ਰੁੱਝੀ ਹੋਈ ਸੀਗੀ ਤਾਂ ਨਹੀਂ ਬੋਲ ਪਾਈ। ਭਾਰਤੀ ਸਿੰਘ ਨੇ ਜੋ ਬੋਲਿਆ ਕਿ ਦਾੜੀ ਦੇ ਉੱਤੇ ਕਮੈਂਟ ਕੀਤੇ ਨੇ, ਠੀਕ ਹੈ। ਉਸ ਤੋਂ ਬਾਅਦ ਉੱਥੋਂ ਤੱਕ ਰੁਕੀ ਨਹੀਂ ਕਿ ਦਾੜੀ ਦਾ ਸੇਵੀਆਂ ਵਰਗਾ ਸਵਾਦ ਆਉਂਦਾ ਹੈ। ਉਸ ਤੋਂ ਬਾਅਦ ਉਹ ਬੋਲੀ ਕਿ ਮੇਰੀਆਂ ਫਰੈਂਡਸ ਦੀ ਮੈਰਿਜ, ਬਹੁਤ ਸਾਰੀ ਸਹੇਲੀਆਂ ਦੀ ਮੈਰਿਜ ਦਾੜੀ ਵਾਲਿਆਂ ਨਾਲ, ਸਿੱਖਾਂ ਨਾਲ ਕਹਿ ਲਓ, ਮੋਸਟਲੀ ਤਾਂ ਸਿੱਖ ਹੀ ਰੱਖਦੇ ਨੇ, ਅਤੇ ਉਹਨਾਂ ਨਾਲ ਹੋਈ ਆ। ਅਤੇ ਉਹ ਸਾਰਾ ਦਿਨ ਜੂਆਂ ਕੱਢਦੀਆਂ ਰਹਿੰਦੀਆਂ ਨੇ, ਮਤਲਬ ਬਿਜੀ ਰਹਿੰਦੀਆਂ ਨੇ। ਇਹ ਜੋ ਭਾਰਤੀ ਸਿੰਘ ਨੇ ਵਿਅੰਗ ਕੀਤਾ ਹੈ ਜਾਂ ਹਾਸਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਉਹਨੂੰ ਖੁਦ ਉਹਨੂੰ ਸਮਝ ਆਉਣੀ ਚਾਹੀਦੀ ਹੈ ਵੀ ਇਹ ਇਸ ਪ੍ਰਕਾਰ ਮਤਲਬ ਦਾੜੀ ਦੇ ਉੱਤੇ ਕਮੈਂਟ ਕਰਨਾ ਬਹੁਤ ਗਲਤ ਗੱਲ ਹੈ, ਬਹੁਤ ਹੀ ਨਿੰਦਣਯੋਗ ਟਿੱਪਣੀ ਹੈ ਉਹਦੀ। ਇੰਟਰਟੇਨਮੈਂਟ ਇੰਡਸਟਰੀ ਤੁਹਾਡੀ, ਤੁਸੀਂ ਇੰਟਰਟੇਨਮੈਂਟ ਕਰੋ ਲੋਕਾਂ ਦਾ, ਬਟ ਜੇ ਤੁਸੀਂ ਪਹਿਚਾਨ ਚਿੰਨ੍ਹਾਂ ਨੂੰ ਲੈ ਕੇ ਮਜ਼ਾਕ ਅਤੇ ਭੱਦੇ ਮਜ਼ਾਕ ਬਣਾਓਗੇ, ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੁਛ ਉਹਦੇ 'ਤੇ ਕੇਸ ਵੀ ਹੋਇਆ ਹੈ, ਅਤੇ ਇਸ ਪ੍ਰਕਾਰ ਇਹਨਾਂ ਨੇ ਮਾफ़ੀ ਵੀ ਮੰਗ ਲਈ। ਇਹ ਇਹਨਾਂ ਨੇ ਲੋਕਾਂ ਨੇ, ਦੁਨੀਆ ਨੇ ਇਹ ਬਣਾ ਲਿਆ ਵੀ ਪਹਿਲਾਂ ਗਲਤ ਗੱਲ ਕਰੋ ਫਿਰ ਮਾफ़ੀ ਮੰਗ ਲਓ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਮਾफ़ੀ ਵੀ ਕਰ ਦਿੱਤਾ ਜਾਵੇ। ਠੀਕ ਹੈ, ਮਾफ़ੀ ਅਗਰ ਮੰਗਦੇ ਨੇ ਤਾਂ ਮੰਗਣੀ ਵੀ ਚਾਹੀਦੀ ਹੈ, ਅਤੇ ਲੇਕਿਨ ਉਹਨਾਂ ਨੂੰ ਇੱਕ ਲਿਖਤੀ ਦੇ ਕੇ, ਵਾਰਨਿੰਗ ਦੇ ਕੇ ਹੀ ਮਾफ़ ਕਰਨਾ ਚਾਹੀਦਾ, ਇਸ ਤਰ੍ਹਾਂ ਨਹੀਂ। ਅਤੇ ਇਹਦੇ ਉੱਤੇ SGPC ਨੂੰ ਅਤੇ ਅਕਾਲ ਤਖਤ ਨੂੰ ਐਕਸ਼ਨ ਲੈਣਾ ਚਾਹੀਦਾ, ਜਿਹੜੀਆਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਆਪਣੇ ਆਪ ਨੂੰ ਮੰਨਦੀਆਂ ਨੇ। ਅਤੇ ਮੈਂ ਤਾਂ ਆਪਦੇ ਵੱਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਈ ਗਈ ਸਿਰਮੌਰ ਸੰਸਥਾ ਖਾਲਸਾ ਨੂੰ ਇਹ ਕਹਿੰਦੀ ਹਾਂ ਕਿ ਅੱਗੇ ਵੱਧ ਕੇ, ਕਿਉਂਕਿ ਇਹ ਪਹਿਚਾਣ ਹੈ ਜਿਹੜੀ ਇਹ ਖਾਲਸੇ ਦੀ ਹੈ, ਸਿੱਖਾਂ ਦੀ ਹੈ। ਅਤੇ ਵਿੱਚ ਉਹ ਇਹ ਵੀ ਕਹਿੰਦੀ ਹੈ ਕਿ ਮੈਂ, ਜਦੋਂ ਉਹਨੇ ਮਾफ़ੀ ਮੰਗੀ, ਉਹ ਕਹਿੰਦੀ ਵੀ ਮੈਂ ਇਹ ਕਿਸੇ ਜਾਤ 'ਤੇ ਟਿੱਪਣੀ ਨਹੀਂ ਕੀਤੀ, ਕਿਸੇ ਧਰਮ 'ਤੇ ਨਹੀਂ ਕੀਤੀ, ਅਤੇ ਕਹਿੰਦੀ ਵੀ ਪੰਜਾਬੀ ਦਾੜੀ ਰੱਖਦੇ ਨੇ, ਮੈਂ ਕਿਸੇ ਪੰਜਾਬੀ 'ਤੇ ਵੀ ਟਿੱਪਣੀ ਨਹੀਂ ਕੀਤੀ। ਤੁਸੀਂ ਇਹ ਆਪਦੇ ਪੁਰਾਣੇ ਹੀ ਗੁਰੂਆਂ ਦੀਆਂ ਜਿਹੜੀਆਂ ਇਮੈਜੀਨੇਸ਼ਨਸ ਦੀਆਂ ਤਸਵੀਰਾਂ ਬਣਾਈਆਂ ਨੇ, ਜਾਂ ਜਿਹੜੇ ਵੀ ਪੇਂਟਰਸ ਨੇ ਬਣਾਈਆਂ ਨੇ, ਜਾਂ ਜਿਹਨੇ, ਤੁਸੀਂ ਉਹ ਜਾ ਕੇ ਦੇਖ ਲਾਂਗੇ। ਬਾਬਾ ਵਾਲਮੀਕੀ ਜਿਹਨੂੰ ਤੁਸੀਂ ਮੰਨਦੇ, ਉਹਨਾਂ ਦੀ ਵੀ ਕਾਫੀ ਲੰਬੀ ਦਾੜੀ ਹੈ, ਸਿਰ 'ਤੇ ਜੂੜਾ ਹੈ, ਜਿਹਨੂੰ ਸ਼ਿਵ ਜੀ ਨੂੰ ਹਿੰਦੂ ਫਿਲਾਸਫੀ ਦੇ ਵਿੱਚ ਜਾਂ ਸਨਾਤਨ ਧਰਮ ਦੇ ਵਿੱਚ ਇੱਕ ਬਹੁਤ ਉੱਚ ਸਥਾਨ ਪ੍ਰਾਪਤ ਹੈ। ਅਤੇ ਅਸੀਂ ਦੇਖਦੇ ਹਾਂ ਉਹਨਾਂ ਦੀ ਵੀ, ਜਿਨ੍ਹਾਂ ਨੇ ਇਮੈਜੀਨੇਸ਼ਨ ਕੀਤੀ ਹੈ ਐਜ਼ ਏ ਗੋਡ, ਜਿਹੜੇ ਉਹਨਾਂ ਨੂੰ ਮੰਨਦੇ ਨੇ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਸਿਰ ਦੇ ਉੱਤੇ ਵੀ ਜੂੜਾ ਹੈ ਅਤੇ ਦਾੜੀ ਲੰਬੀ। ਇਹ ਨੈਚੁਰਲ ਚੀਜ਼ਾਂ ਨੇ, ਇਹ ਜਿਹੜੀਆਂ ਕਟਾਉਣੀਆਂ ਨੇ ਚੀਜ਼ਾਂ, ਇਹ ਤਾਂ ਬਾਅਦ ਦੀਆਂ ਬਣੀਆਂ, ਤਾਂ ਫੈਸ਼ਨ ਬਣ ਗਿਆ ਇੱਕ, ਕਿ ਦਾੜੀ ਕਟਾ ਕੇ ਵੀ ਵੱਧਦੀ ਹੈ, ਬਹੁਤ ਸਾਂਭੀ ਨਹੀਂ ਜਾਂਦੀ, ਟਾਈਮ ਘੱਟ ਹੁੰਦਾ, ਜਾਂ ਬਹੁਤ ਸਾਰੇ ਐਕਸਕਿਊਜ਼ਸ ਵੀ ਹੋ ਸਕਦੇ ਨੇ। ਮੇਰੇ ਫਾਦਰ ਸਾਹਿਬ ਹੈ, ਉਹਨਾਂ ਦੀ ਵੀ ਦਾੜੀ ਹੈ। ਜਦੋਂ ਤੋਂ ਮੈਂ ਪੈਦਾ ਹੋਈ ਹਾਂ ਮੈਂ ਦੇਖਿਆ ਕਿ ਉਹ ਦਾੜੀ ਰੱਖਦੇ ਨੇ। ਉਹਨਾਂ ਦਾ ਬਹੁਤ ਲੰਬਾ ਦਾੜਾ। ਮੇਰਾ ਬ੍ਰਦਰ ਹੈ, ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਉਹ ਦਾੜੀ ਰੱਖਦੇ ਨੇ। ਮੇਰੇ ਮਾਤਾ ਜੀ ਨੇ ਅੰਮ੍ਰਿਤ ਛਕਿਆ। ਸਾਡੇ ਘਰ 'ਚ ਸਾਡੇ ਦਾਦੇ ਪੜਦਾਦੇ ਅਕਾਲੀ ਮੂਵਮੈਂਟ ਦੇ ਵਿੱਚ ਰਹੇ ਨੇ। ਇਸ ਅਕਾਲੀ ਦੇ ਵਿੱਚ ਨਹੀਂ, ਪੁਰਾਣੇ ਅਕਾਲੀ ਦੀ ਗੱਲ ਕਰਦੀ ਹਾਂ ਮੈਂ। ਉਹਨਾਂ ਨੇ ਸੰਘਰਸ਼ ਲੜੇ ਨੇ, ਅਤੇ ਅਸੀਂ ਤਾਂ ਹਮੇਸ਼ਾ ਹੀ ਆਪਦੇ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਜਦੋਂ ਤਸਵੀਰਾਂ ਦੇਖਦੇ ਹਾਂ, ਜਾਂ ਉਹਨਾਂ ਦੇ ਜਦੋਂ ਸੰਘਰਸ਼ ਵੱਲ ਝਾਤੀ ਮਾਰਦੇ ਹਾਂ ਜਾਂ ਦੇਖਦੇ ਹਾਂ ਉਹਨਾਂ ਨੂੰ, ਤਾਂ ਅਸੀਂ ਦੇਖਿਆ ਕਿ ਉਹਨਾਂ ਸਭ ਦੀਆਂ ਸਾਬਤ ਸੂਰਤ ਦਾੜੀਆਂ ਨੇ। ਅਤੇ ਹੁਣ ਵੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਰੇ ਸਿੱਖ ਭਰਾ ਨੇ, ਤਾਂ ਪੰਜਾਬੀ ਨੇ, ਹਿੰਦੂ ਭਰਾ ਵੀ ਦਾੜੀਆਂ ਰੱਖਦੇ ਨੇ ਅਤੇ ਸਾਂਭ ਸੰਭਾਲ ਕਰਦੇ ਨੇ। ਹੋਰ ਵੀ ਕਈ ਧਰਮਾਂ ਦੇ ਵਿੱਚ ਕਈ ਟਰਾਈਬਸ ਦੇ ਵਿੱਚ ਇਹ ਇੱਕ ਹੈਗਾ ਕਿ ਉਹ ਦਾੜੀਆਂ ਰੱਖਦੇ ਨੇ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ। ਅਤੇ ਇਹ ਜੂਆਂ ਇਹਦੇ ਵਿੱਚ ਮੈਂ ਜਿਹੜੇ ਸਿੱਖਾਂ ਨੂੰ ਜਾਣਦੀ ਹਾਂ, ਜਾਂ ਜਿਹੜੇ ਮੇਰੇ ਆਪਦੇ ਭਰਾ ਨੇ, ਆਪਦੇ ਮੇਰੇ ਪਿਤਾ ਸਮਾਨ ਮੇਰੇ ਜੋ ਵੀ ਬਜ਼ੁਰਗ ਨੇ ਸਾਡੇ ਪੰਜਾਬ ਦੇ, ਮੈਂ ਤਾਂ ਉਹਨਾਂ ਨੂੰ ਦੇਖਿਆ ਕਿ ਉਹ ਦਾੜੀ ਦੀ ਸਾਂਭ ਸੰਭਾਲ ਆਪਦੇ ਤੋਂ ਜ਼ਿਆਦਾ ਕਰਦੇ ਨੇ, ਆਪਦੇ ਪੁੱਤਰਾਂ ਵਾਂਗੂ ਸਾਂਭਦੇ ਨੇ। ਦੇਸੀ ਘਿਓ ਲਗਾਉਂਦੇ ਨੇ ਉਹ। ਅਤੇ ਜੂਆਂ ਦੀ ਤੂੰ ਗੱਲ ਕਿਵੇਂ ਕੀਤੀ? ਮਤਲਬ ਤੈਨੂੰ ਕਮ ਸੇ ਕਮ ਭਾਰਤੀ ਸਿੰਘ, ਤੈਨੂੰ ਆਪਦੀ ਸਿੰਘ ਪਿੱਛੇ ਲਾਏ ਦੀ ਵੀ ਸ਼ਰਮ ਹੋਣੀ ਚਾਹੀਦੀ ਸੀ ਵੀ ਸਿੰਘ ਸ਼ਬਦ ਦੀ ਆਪਣੇ ਆਪ 'ਚ ਬਹੁਤ ਅਹਿਮੀਅਤ ਰੱਖਦਾ, ਬਹੁਤ ਜ਼ਿਆਦਾ ਅਹਿਮੀਅਤ ਰੱਖਦਾ। ਤੁਸੀਂ ਇੱਦਾਂ ਦੇ ਭੱਦੇ ਮਜ਼ਾਕ ਤੁਸੀਂ ਸਾਨੂੰ ਸਮਝ ਕੇ ਰੱਖਿਆ। ਇੰਟਰਟੇਨਮੈਂਟ ਇੰਡਸਟਰੀ ਨੇ ਪਹਿਲਾਂ ਸਾਡੇ ਸੰਤੇ ਮੰਤੇ ਦੇ ਥਰੂ ਬਹੁਤ ਮਜ਼ਾਕ ਉਡਾਏ। ਹੁਣ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ, ਫਿਰ ਇਹਨਾਂ ਨੇ ਸਾਡੇ ਸਰਦਾਰਾਂ ਦੇ 12 ਵਜੇ ਵਾਲੇ ਬਹੁਤ ਮਜ਼ਾਕ ਉਡਾਏ। ਉਹਦੇ 'ਤੇ ਵੀ ਮੈਂ ਇੱਕ ਵੀਡੀਓ ਪਹਿਲਾਂ ਪਾਈ ਸੀਗੀ ਕਿ 12 ਵਜੇ ਦਾ ਉਹ ਟਾਈਮ ਸੀ
ਜਦੋਂ ਖਾਲਸਾਈ ਫੌਜ ਜਰਵਾਣਿਆਂ ਤੇ ਹਮਲਾ ਕਰਦੀ ਸੀ 12 ਵਜੇ ਦਾ ਇੱਕ ਟਾਈਮ ਫਿਕਸ ਹੁੰਦਾ ਸੀ ਕਿ ਜਦੋਂ ਹਿੰਦੂ ਭੈਣਾਂ ਨੂੰ ਜਾਂ ਸਾਰੀਆਂ ਨੂੰ ਕਹੋ, ਮੈਂ ਕੋਈ ਕਿਸੇ ਨੂੰ ਡਿਨੋਟ ਕਰਕੇ ਨਹੀਂ ਕਹਿ ਰਹੀ, ਜਦੋਂ ਉਹਨਾਂ ਨੂੰ ਭਾਰਤ ਦੇ ਵਿੱਚੋਂ ਲੇਡੀਜ਼ ਨੂੰ ਕੁੜੀਆਂ ਨੂੰ ਲੈ ਕੇ ਜਾ ਕੇ ਮੰਡੀਆਂ 'ਚ ਵੇਚਣ ਲਈ ਜਾਂਦੇ ਸੀ ਤੇ ਸਰਦਾਰ 12 ਵਜੇ ਅਟੈਕ ਕਰਦੇ ਹੁੰਦੇ ਸੀ। ਉਹਨਾਂ ਦਾ ਟਾਈਮ ਫਿਕਸ ਸੀਗਾ ਤੇ 12 ਵਜੇ ਦੀ ਮਹੱਤਤਾ। ਤੇ ਜਦੋਂ ਇਹਨਾਂ ਨੂੰ ਪਤਾ ਲੱਗੀ ਨਾ ਉਹਦੀ ਇਤਿਹਾਸਿਕ ਵੈਲਿਊ, ਤੇ ਹੁਣ ਇਹਨਾਂ ਨੇ ਉਹਦਾ ਮਜ਼ਾਕ ਛੱਡਿਆ। ਨਹੀਂ ਤਾਂ ਇੰਡਸਟਰੀ ਨੇ ਸਰਦਾਰਾਂ ਦੇ 12 ਵਜੇ ਸੰਤਾ ਬੰਤਾ ਤੇ ਹੁਣ ਸਾਡੀਆਂ ਦਾੜੀਆਂ ਤੇ ਮਜ਼ਾਕ, ਇਹ ਜਿਹੜੇ ਜਿੰਨੇ ਵੀ ਇੰਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਨੇ, ਹਾਸਾ ਮਜ਼ਾਕ ਬਹੁਤ ਵਧੀਆ ਲੱਗਦਾ ਹੈ, ਖੁਸ਼ੀ ਦਿੰਦਾ ਹੈ 2 ਪਲ ਦੇ ਲਈ, ਸਿਹਤ ਠੀਕ ਰੱਖਦਾ ਹੈ। ਬਟ ਇਸ ਤਰ੍ਹਾਂ ਪਹਿਚਾਨ ਚਿੰਨ੍ਹਾਂ ਤੇ ਵਿਅੰਗ ਕਰਕੇ ਬਣਾਇਆ ਗਿਆ ਹਾਸਾ, ਤੇ ਕਿਸੇ ਨੂੰ ਨੀਚਾ ਦਿਖਾ ਕੇ ਬਣਾਇਆ ਗਿਆ ਹਾਸਾ, ਤੇ ਕਿਸੇ ਨੂੰ ਦਾੜੀ ਤੋਂ ਨਫ਼ਰਤ ਕਰਵਾ ਕੇ ਇਸ ਪ੍ਰਕਾਰ ਨਾਲ ਬੋਲਣਾ ਕਿ ਅਗਲੇ ਨੂੰ ਦਾੜੀ ਤੋਂ ਨਫ਼ਰਤ ਹੋ ਜੇ। ਉਹ ਅੱਗੇ ਵਾਲੀ ਕੁੜੀ ਵੀ ਕਿਵੇਂ ਇਦਾਂ ਕਹਿੰਦੀ ਵੀ ਜਿਵੇਂ ਕਦੇ ਦਾੜੀ ਵੇਖੀ ਨਹੀਂ ਹੁੰਦੀ ਉਹਨੇ, ਜਿਵੇਂ ਦਾੜੀ ਪਤਾ ਨਹੀਂ ਕੀ ਇੱਕ ਜੰਗਲ ਹੁੰਦਾ ਹੈ ਨਾ। ਉਹ ਵੀ ਅੱਗੇ ਤੋਂ ਬੜਾ ਗੰਦਾ ਰਿਐਕਸ਼ਨ ਦਿੰਦੀ ਹੈ ਵੀ ਤੁਸੀਂ ਆਪਦਾ ਕਮ ਸੇ ਕਮ ਟੀਵੀ, ਨੈਸ਼ਨਲ ਟੀਵੀਆਂ ਦੇ ਸਾਹਮਣੇ ਬੈਠ ਕੇ ਦਾੜੀ ਵਾਲੇ ਮਨੁੱਖਾਂ ਦੇ ਉੱਤੇ, ਜਿਹੜੇ ਦਾੜੀ ਰੱਖਦੇ ਨੇ, ਜਿਹੜੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ, ਉਹਨਾਂ ਦੇ ਉੱਤੇ ਤੁਸੀਂ ਇਹ ਜਿਹਾ ਐਡਾ ਗੰਦਾ ਰਿਐਕਸ਼ਨ ਦਿੰਦੇ। ਸਾਹਮਣੇ ਵਾਲੀ ਤੇ ਵੀ ਕੇਸ ਹੋਣਾ ਚਾਹੀਦਾ ਕਿ ਰਿਐਕਸ਼ਨ ਉਹਦਾ ਐਡਾ ਬੁਰਾ ਰਿਐਕਸ਼ਨ ਸੀ ਵੀ ਜਿਵੇਂ ਕਦੀ ਵੀ ਦਾੜੀ ਜਿਵੇਂ ਉਲਟੀ ਕਰ ਰਹੀ ਸੀ ਉਹ। ਠੀਕ ਹੈ, ਭਾਰਤੀ ਸਿੰਘ ਨੇ ਮਜ਼ਾਕ ਕੀਤਾ ਤੇ ਉਸ ਤੋਂ ਬਾਅਦ ਉਹ ਵੀ ਦੂਸਰੀ ਵੀ ਲੇਡੀ ਜਿਹੜਾ ਜੋ ਕੁੜੀ ਜਿਹੜੀ ਬੈਠੀ ਸੀ ਸਾਹਮਣੇ, ਉਹ ਵੀ ਬਹੁਤ ਗੰਦੇ ਤਰੀਕੇ ਨਾਲ ਉਹਨੇ ਰਿਐਕਟ ਕੀਤਾ। ਇਹ ਇਹਨਾਂ ਤੇ ਬੈਨ ਹੋਣੇ ਚਾਹੀਦੇ ਨੇ। ਇੱਕ ਤਾਂ ਇਹਨਾਂ ਨੂੰ ਵੇਖਿਆ ਘੱਟ ਕਰੋ। ਤੁਸੀਂ ਸਾਡੇ ਵਰਗੇ ਸਿੰਪਲ ਲੋਕਾਂ ਨੂੰ ਵੇਖਦੇ ਨਹੀਂ, ਵੇਖਦੇ ਤਾਂ ਤੁਸੀਂ ਭਾਰਤੀ ਸਿੰਘ ਹੋਰਾਂ ਨੂੰ, ਜਿਹੜੀਆਂ ਤੁਹਾਡੀਆਂ ਦਾੜੀਆਂ ਤੇ ਮਜ਼ਾਕ ਬਣਾਉਂਦੀਆਂ, ਤੁਹਾਡੀਆਂ ਪੱਗਾਂ ਤੇ ਮਜ਼ਾਕ ਬਣਾਉਂਦੀਆਂ ਨੇ। ਤੁਸੀਂ ਫਿਰ ਆਖ ਦੇਣਾ ਵੀ ਸਾਡੀ ਆਪਦੀ ਹੋਈ ਭੈਣ ਸਾਨੂੰ ਇਦਾਂ ਬੋਲਦੀ। ਬਟ ਇਹ ਗੱਲ ਸੱਚ ਏ, ਚੀਜ਼ਾਂ ਵੇਖਣ ਲੱਗਿਆ ਥੋੜੀ ਪਰਖ ਕਰਿਆ ਕਰੋ। ਜਿਹੜੇ ਸਾਡਾ ਮਾਣ ਵਧਾਉਂਦੇ ਹੋਣ, ਸਾਡਾ ਸਤਿਕਾਰ ਵਧਾਉਂਦੀਆਂ ਹੋਣ, ਸਾਡਾ ਇੱਜ਼ਤ ਦਿੰਦੀਆਂ ਹੋਣ, ਜਿਹੜੇ ਚੀਜ਼ਾਂ ਇੱਕ ਡਿਸਿਪਲਨ ਸ਼ੋਅ ਕਰਦੀਆਂ ਹੋਣ, ਉਹਨਾਂ ਨੂੰ ਵੀ ਦੇਖਿਆ ਕਰੋ। ਹਰ ਇੱਕ ਚੀਜ਼ ਦੇ ਉੱਤੇ ਨਹੀਂ ਕਿ ਹਾਸੇ ਲਈ ਠੀਕ ਹੈ, ਬਹੁਤ ਹੋਰ ਕੁਛ ਹੈਗਾ। ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਬਿੰਨੀ ਢਿੱਲੋਂ ਹੋਰੀ ਸਾਡੇ ਕਲਾਕਾਰ ਨੇ ਜਿਹੜੇ ਬਹੁਤ ਵਧੀਆ ਮਜ਼ਾਕ ਬਣਾਉਂਦੇ ਨੇ, ਉਹਨਾਂ ਨੂੰ ਦੇਖ ਲਿਆ ਕਰੋ। ਜ਼ਰੂਰੀ ਨੈਸ਼ਨਲ ਜਿਹੜੀ ਹਾਸਾ ਇੰਡਸਟਰੀ ਉਹਨੂੰ ਦੇਖਣਾ ਕੋਈ ਜ਼ਰੂਰੀ ਨਹੀਂ ਗਾ। ਇਹਨਾਂ ਨੇ ਨੈਸ਼ਨਲ ਵਾਲਿਆਂ ਨੇ ਹਮੇਸ਼ਾ ਤੋਂ ਇਹ ਮਤਲਬ ਇੰਟਰਟੇਨਮੈਂਟ ਦੇ ਨਾਮ ਤੇ ਹੁਣ ਉਹਨਾਂ ਨੇ ਮਜ਼ਾਕ 'ਚ ਕਹਿਤਾ ਮੈਂ ਤਾਂ ਮਜ਼ਾਕ ਕੀਤਾ ਸੀ, ਤੇ ਜੇ ਫਿਰ ਵੀ ਜੇ ਲੱਗਿਆ ਹੈ ਤਾਂ ਉਸ ਤੋਂ ਬਾਅਦ ਉਹਦਾ ਇਹ ਦੇਖਣਾ ਚਾਹੀਦਾ ਵੀ ਜੇ ਫਿਰ ਵੀ ਕੋਈ ਆਹਤ ਹੋਇਆ ਹੈ, ਹਾਰਟ ਹੋਇਆ, ਤਾਂ ਮੈਂ ਹੱਥ ਜੋੜ ਕੇ ਸੌਰੀ ਫੀਲ ਕਰਦੀ ਹਾਂ। ਮੈਂ ਅੰਮ੍ਰਿਤਸਰ ਤੋਂ ਹਾਂ ਤੇ ਮੈਂ ਪੰਜਾਬ ਦੀ ਧੀ ਹਾਂ। ਪੰਜਾਬ ਦੀ ਧੀ ਹੈ ਤਾਂ ਔਕਾਤ 'ਚ ਰਹਿ ਕੇ ਬੋਲੀ ਦਾ ਹੁੰਦਾ। ਜੇ ਤੂੰ ਐਡੀ ਪੰਜਾਬ ਦੀ ਧੀ ਹੈ, ਅੰਮ੍ਰਿਤਸਰ ਦੀ ਜਿਹੜੀ ਕਿ ਹੋਲੀ ਸਿਟੀ ਹੈ, ਸਾਡੀ ਧਾਰਮਿਕ ਰਾਜਧਾਨੀ ਹੈ ਸਿੱਖਾਂ ਦੀ, ਉਹ ਲਾਹੌਰ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਅੰਮ੍ਰਿਤਸਰ ਹੀ ਸ਼ਿਫਟ ਹੋਈ ਸੀ ਤੇ ਸਿੱਖਾਂ ਦੀ ਉਹ ਧਾਰਮਿਕ ਰਾਜਧਾਨੀ ਹੈ। ਤੇ ਉੱਥੋਂ ਦੀ ਜੰਮਪਲ ਹੋ ਕੇ ਤੇ ਮਿੱਟੀ ਦੇ ਨਾਲ ਆਪਦੇ ਕਨੈਕਸ਼ਨ ਨੂੰ ਨਾ ਤੋੜ ਭੈਣੇ ਮੇਰੀਏ। ਇਹ ਜਿਹੜਾ ਤੂੰ ਮਜ਼ਾਕ, ਇਹਦੇ ਲਈ ਸੌਰੀ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਸੌਰੀ ਮੰਗ ਲੈਣਾ। ਲਿਖਤੀ ਜਾ ਕੇ ਇਹਨਾਂ ਤੋਂ ਕੁਝ ਵਾਰਨਿੰਗ ਲੈ ਕੇ ਛੱਡਿਆ ਕਰੋ। ਇਹਨਾਂ ਨੂੰ ਜਿਹੜੀਆਂ ਵੀ ਅਥਾਰਟੀਜ਼ ਨੇ ਨਾ, ਜਾਂ ਡੀਸੀ ਦਫ਼ਤਰਾਂ ਦੇ ਮੂਹਰੇ ਜਦੋਂ ਵੀ ਆਪਾਂ ਜਾਂਦੇ ਆ, ਤੇ ਇਹ ਇਦਾਂ ਹੀ ਨਹੀਂ ਇਹਨਾਂ ਨੂੰ ਮਾਫ ਕਰ ਦੇਣਾ। ਇਹ ਮਾਫੀਆਂ ਪਹਿਲਾਂ ਗਲਤੀਆਂ ਕਰੋ ਫਿਰ ਮਾਫੀਆਂ ਮੰਗੋ। ਇਹ ਇਹਨਾਂ ਨੇ ਇੱਕ ਖੇਡ ਬਣਾਇਆ ਹੋਇਆ, ਪਖੰਡ ਬਣਾ ਲਿਆ। ਕਿਸੇ ਵੀ ਆਇਡੈਂਟੀਟੀ ਤੇ ਅਗਰ ਇਦਾਂ ਵਿਅੰਗ ਕਰਦੇ ਨੇ, ਇਹ ਤਾਂ ਇਹਨੇ ਸਾਡੇ ਸਿੱਖਾਂ ਤੇ ਕੀਤਾ, ਸਾਡੇ ਆਪਦੇ ਭਰਾਵਾਂ ਤੇ ਸਾਡੇ ਪਿਓਾਂ ਤੇ ਕੀਤਾ। ਇਹਨੇ ਕਦੇ ਨਹੀਂ ਮਾਫ ਕਰਨਾ ਚਾਹੀਦਾ ਇਹਨੂੰ। ਅਸੀਂ ਇਹਨਾਂ ਦਾ ਹਾਸਾ ਮਜ਼ਾਕ ਦੇਖਦੇ ਆਉਣੇ, ਇਹਨਾਂ ਦੀ ਇੰਡਸਟਰੀ ਨੂੰ ਅਸੀਂ ਪ੍ਰਫੁੱਲਤ ਕੀਤਾ ਪੰਜਾਬੀਆਂ ਨੇ, ਤੇ ਇਹ ਉੱਠ ਕੇ ਤੇ ਸਾਡੇ ਹੀ ਪਹਿਚਾਨ ਚਿੰਨ੍ਹਾਂ ਦਾ ਮਜ਼ਾਕ ਬਣਾਉਣੇ। ਉਹ ਇੱਕ ਸਾਡੀ ਪਹਿਚਾਨ ਚਿੰਨ੍ਹ ਹੈ। ਤੇ ਇਹ ਕਹਿੰਦੀ ਵੀ ਮੈਂ ਕਿਸੇ ਧਰਮ ਨੂੰ ਨਹੀਂ ਕਿਹਾ, ਤੇ ਸਿੱਖ ਹੀ ਮੋਸਟਲੀ ਦਾੜੀ ਰੱਖਦੇ ਨੇ। 80 to 90% ਤੁਹਾਨੂੰ ਸਿੱਖ ਹੀ ਦਿਖਣਗੇ ਪੂਰੇ ਭਾਰਤ ਦੇ ਵਿੱਚ ਜਿਹੜੇ ਦਾੜੀ ਰੱਖਦੇ ਨੇ। ਹਾਂ, ਪੰਜਾਬੀ ਵੀ ਰੱਖਦੇ ਨੇ, ਭਾਵੇਂ ਉਹ ਹਿੰਦੂ ਹੋਣ ਜਾਂ ਮੁਸਲਿਮ ਹੋਣ ਜਾਂ ਕਿਸੇ ਹੋਰ ਧਰਮ ਨੂੰ ਫੋਲੋ ਕਰਦੇ ਹੋਣ, ਕਿਸੇ ਨੂੰ ਵੀ। ਤੇ ਬਹੁਤ ਸਾਰੀ ਟਰਾਈਬਲ ਕਮਿਊਨਿਟੀਜ਼ ਮੈਂ ਦੇਖਿਆ ਕਿ ਮੈਂ ਗਈ ਹੋਈ ਹਾਂ ਕਈ, ਤੇ ਉਹਨਾਂ ਦੇ ਕਈ ਬਹੁਤ ਹੀ ਜਿਹੜੇ ਪਤਵੰਤੇ ਸੱਜਣ ਨੇ ਉਹ ਵੀ ਦਾੜੀਆਂ ਰੱਖਦੇ ਜਿਨ੍ਹਾਂ ਨੂੰ ਸੋਝੀ। ਤੇ ਬਾਕੀ ਹਿੰਦੂ ਧਰਮ ਦੇ, ਸਨਾਤਨ ਧਰਮ ਦੇ ਜਿੰਨੇ ਵੀ ਗੁਰੂ ਪੀਰ ਪੈਗੰਬਰ ਹੋਏ ਨੇ ਨਾ, ਸਾਰਿਆਂ ਦੀ ਇਮੈਜੀਨੇਸ਼ਨ ਜਿੰਨਾ ਵੀ ਪੇਂਟਰਸ ਨੇ ਕੀਤੀ, ਉਹ
ਸਿਰ ਦੇ ਉੱਤੇ ਵਾਲ ਨੇ, ਉਹਨਾਂ ਦੇ ਜੂੜੇ ਨੇ, ਤੇ ਉਹਨਾਂ ਦੀ ਇੱਜ਼ਤ ਕਰ ਲਓ ਤੁਸੀਂ। ਕਿਸੇ ਧਰਮ ਨੂੰ ਨੀਚਾ ਦਿਖਾਉਣਾ, ਕਿਸੇ ਪਰਸਨ ਦੀ ਆਇਡੈਂਟੀਟੀ ਨੂੰ ਨੀਚਾ ਦਿਖਾਉਣਾ, ਉਤੋਂ ਦੀ ਏਦਾਂ ਫੀਲ ਕਰਨਾ ਵੀ ਉਲਟੀ ਆ ਰਹੀ ਹੈ ਸਾਨੂੰ, ਅਲਰਜੀ ਫੀਲ ਕਰਨਾ। ਫਿੱਟੇ ਮੂੰਹ ਤੁਹਾਡੇ, ਫਿੱਟੇ ਮੂੰਹ। ਸਾਡੇ ਪਿਓਾਂ ਭਰਾਵਾਂ ਦੀ ਬੇਇੱਜ਼ਤੀ ਕਰਦੇ ਨੇ, ਸ਼ਰਮ ਨਹੀਂ ਆਈ ਤੁਹਾਨੂੰ? ਦੂਸਰੀ ਵੀ ਦੇਖ, ਜੇ ਇਦਾਂ ਹੀ ਤੁਹਾਡੇ ਕਿਸੇ ਚੀਜ਼ ਤੇ ਮਜ਼ਾਕ ਉਡਾ ਕੇ ਅਸੀਂ ਇਦਾਂ ਕਰੀਏ ਤੇ ਫਿਰ ਸਾਨੂੰ ਤੁਸੀਂ ਜੇਲ੍ਹ ਭੇਜ ਦਿਓ। ਹਾਸਾ ਮਜ਼ਾਕ ਓਨਾ ਹੀ ਠੀਕ ਲੱਗਦਾ ਜਿੰਨਾ ਕਿਸੇ ਨੂੰ ਨੀਚਾ ਨਾ ਦਿਖਾਵੇ। ਜਦੋਂ ਕੋਈ ਹਾਸਾ ਮਜ਼ਾਕ ਕਿਸੇ ਪਹਿਚਾਨ ਚਿੰਨ੍ਹ ਤੇ ਅਟੈਕ ਕਰਨ ਲੱਗ ਜਾਏ ਨਾ, ਤੇ ਬੰਦੇ ਨੂੰ, ਸਾਹਮਣੇ ਵਾਲੇ ਨੂੰ ਫੀਲ ਹੋਣ ਲੱਗ ਜੇ। ਹੁਣ ਕਿੰਨੇ ਸਾਡੇ ਸਿੱਖ ਭਰਾਵਾਂ ਨੂੰ ਫੀਲ ਹੋਇਆ, ਕਿੰਨੇ ਸਾਡੇ ਖਾਲਸਾ ਅੱਗੇ ਆ ਕੇ ਜਿਨ੍ਹਾਂ ਨੇ ਬੋਲਿਆ, ਤੇ ਸਾਨੂੰ ਕਿੰਨੀ ਭੈਣ ਹੈ ਕਿ ਸਾਡੇ ਪਿਓਾਂ ਤੇ ਭਰਾਵਾਂ, ਮੇਰੇ ਖੁਦ ਭਰਾ ਦੇ ਐਡਾ ਲੰਬਾ ਲੰਬਾ ਦਾੜਾ, ਮੇਰੇ ਪਿਓ ਦੇ, ਮੇਰੇ ਗਾਂ ਸਾਡੇ ਖਾਨਦਾਨ ਦੇ ਸਾਰਿਆਂ ਦੇ ਦਾੜੀਆਂ ਨੇ। ਇਹ ਕਿੰਨਾ ਸਾਨੂੰ ਦੁੱਖ ਹੈ ਕਿ ਸਾਡੇ ਪਿਓਾਂ ਭਰਾਵਾਂ ਦੀ ਦਾੜੀ ਨੂੰ ਕਿਵੇਂ ਉਹ ਗੰਦੀ ਜਨਾਨੀ ਏਦਾਂ ਬੋਲਦੀ ਸੀ। ਸ਼ਰਮ ਨਹੀਂ ਆਈ? ਮੈਨੂੰ ਮੇਰੇ ਭਰਾ ਕਹਿੰਦੇ ਵੀ ਤੁਸੀਂ, ਬਹੁਤ ਸਾਰਿਆਂ ਨੇ ਕਮੈਂਟ ਵੀ ਕੀਤੇ ਹੋਣੇ ਨੇ ਬਟ ਇਨਬਾਕਸ ਤੇ ਹੋਰ ਸੋਸ਼ਲ ਅਕਾਊਂਟਸ ਦੇ ਉੱਤੇ, ਕਿ ਤੁਸੀਂ ਭਾਰਤੀ ਸਿੰਘ ਤੇ ਤਾਂ ਨਹੀਂ ਬੋਲੇ ਕਿ ਉਹ ਲੇਡੀਜ਼ ਹੈ। ਨਹੀਂ, ਇਸ ਕਰਕੇ ਨਹੀਂ, ਮੈਂ ਰੁਝੇਵਿਆਂ 'ਚ ਰੁੱਝੀ ਹੋਈ ਸੀ, ਬਹੁਤ ਐਮਰਜੈਂਸੀ ਸੀ। 22 ਤੋਂ ਬਾਅਦ ਮੇਰਾ ਕੁਛ ਥੋੜ੍ਹਾ ਜਿਹਾ ਰਿਲੈਕਸ ਹੋਏਗਾ ਕੰਮ, ਤੇ ਉਸ ਤੋਂ ਬਾਅਦ ਹੀ ਮੈਂ ਫ੍ਰੀ ਹੋਊਂਗੀ। ਅਦਰਵਾਈਜ਼ ਮੈਂ ਬਹੁਤ ਜ਼ਿਆਦਾ ਬਿਜੀ ਸੀ। ਬਿਜੀ ਸ਼ਡਿਊਲ ਦੇ ਵਿੱਚੋਂ ਕੱਢ ਕੇ ਮੈਂ ਇਹ ਭਾਰਤੀ ਸਿੰਘ, ਜਿਹੜੀ ਮੈਂ ਨਹੀਂ ਉਹਦੀ ਬੇਇੱਜ਼ਤੀ ਕਰਨਾ ਚਾਹੁੰਦੀ, ਦੀਦੀ ਕਹਿ ਕੇ ਬੋਲਾਂਗੀ, ਕਿਉਂਕਿ ਅਸੀਂ ਨਹੀਂ ਐਡੇ ਗਿਰ ਜਾਂਦੇ ਹੁੰਦੇ। ਸਾਹਮਣੇ ਵਾਲੇ ਦੀ ਗਿਰਾਵਟ ਵੇਖ ਕੇ ਆਪ ਨਹੀਂ ਗਿਰ ਜਾਈਦਾ ਹੁੰਦਾ। ਤੇ ਇਹ ਬਹੁਤ ਗਲਤ ਹੈ, ਇਹਦਾ ਬਹੁਤ ਹੀ ਗਲਤ ਬੋਲਿਆ। ਫਿੱਟੇ ਮੂੰਹ ਤੇਰੇ। ਭੈਣੇ ਮੇਰੀ, ਜਦੋਂ ਤੇਰੇ ਲੋਕਾਂ ਨੇ ਮੋਟੇ ਹੋਣ ਤੇ ਹੋਰ ਕਿਸੇ ਤਰ੍ਹਾਂ ਦੇ ਮਜ਼ਾਕ ਉਡਾਏ ਸੀ ਨਾ, ਤਾਂ ਅਸੀਂ ਗਾਂਹ ਹੋ ਕੇ ਬੋਲੇ ਸੀ ਵੀ ਭਾਈ ਇਹ ਮੋਟਾਪਾ ਕੋਈ ਉਹ ਨਹੀਂ ਹੁੰਦਾ ਕਿ ਉਹਦੇ ਤੇ ਤੁਸੀਂ ਬੋਲੋ ਜਾਂ ਉਹਦਾ ਮਜ਼ਾਕ ਉਡਾਓ। ਕੋਈ ਵੀ ਬਿਮਾਰੀ ਕਦੇ ਕੋਈ ਉਹਦੇ ਤੇ ਮਜ਼ਾਕ ਨਹੀਂ ਉਡਾਈਦਾ ਹੁੰਦਾ। ਤੇ ਸਾਡੀ ਦਾੜੀ ਤੇ ਸਾਡੀ ਪਹਿਚਾਣ ਚ ਨੇ। ਅਸੀਂ ਖਾਲਸਾ ਤਾਂ ਕਹਿੰਦੇ ਉਹਨਾਂ ਨੂੰ ਦਾੜਾ ਹੈ, ਬੜਾ ਮਾਣ ਸਤਿਕਾਰ ਦਿੰਦੇ ਹਾਂ ਅਸੀਂ। ਦਾੜਾ ਸਾਹਿਬ ਕਹਿੰਦੇ ਨੇ ਸਾਡੇ ਬਹੁਤ ਸਾਰੇ ਭਰਾ ਤੇ ਜਿਹੜੇ ਪਿਓ ਨੇ ਜਿਨ੍ਹਾਂ ਨੇ ਅੰਮ੍ਰਿਤ ਛਕੇ ਹੋਏ ਨੇ, ਅੰਮ੍ਰਿਤ ਪਾਨ ਕੀਤੇ ਹੋਏ ਨੇ। ਤੇ ਇਦਾਂ ਉਹ ਰਿਸਪੈਕਟ, ਇੱਕ ਕੰਘਾ ਹਮੇਸ਼ਾ ਸਿਰ ਦੇ ਵਿੱਚ ਲਗਾਇਆ ਜਾਂਦਾ। 5 ਕੰਕਾਰ ਇੱਕ ਦਿਨ ਪਹਿਲਾਂ ਵੀ ਦੱਸੇ ਸੀ, ਅੱਜ ਮੈਂ ਫੇਰ ਦੱਸਦੀ ਹਾਂ। ਇਹ ਨੈਸ਼ਨਲ ਲੋਕਾਂ ਤੱਕ ਗੱਲ ਪਹੁੰਚਾਇਆ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੱਕਾ ਕੜਾ, ਕੱਕਾ ਕਸ਼ਹਿਰਾ, ਕੱਕਾ ਕਿਰਪਾਨ, ਕੱਕਾ ਕੰਘਾ। ਇੱਥੇ ਲੱਕੜ ਦਾ ਇੱਕ ਕੰਘਾ ਹੁੰਦਾ, ਅਸੀਂ ਪਲਾਸਟਿਕ ਦਾ ਕੰਘਾ ਵੀ ਯੂਜ਼ ਨਹੀਂ ਕਰਦੇ, ਤਾਂ ਕਿ ਵਾਲਾਂ ਦੇ ਵਿੱਚ ਹਮੇਸ਼ਾ ਵਾਉਂਦੇ ਰਹੋ ਨੈਚੁਰਲ ਚੀਜ਼ਾਂ। ਤੇ ਕੱਕਾ ਕਿਰਪਾਨ ਧਾਰਨ ਕੀਤੀ। ਇਹ 5 ਕੱਕੇ, 5 ਕੰਕਾਰ ਨੇ ਜਿਹੜੇ ਇਹ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਇਹ ਪਹਿਚਾਣ ਚਿੰਨ੍ਹ ਨੇ ਸਿੱਖਾਂ ਦੀ ਤੇ ਖਾਲਸਾ ਦੀ। ਤੁਸੀਂ ਇੱਕ ਹੀ ਮੰਨ ਸਕਦੇ ਹੋ ਸਿੱਖ ਤੇ ਖਾਲਸਾ ਨੂੰ, ਬਟ ਸਿੱਖ ਤੇ ਖਾਲਸਾ ਦੇ ਵਿੱਚ ਡਿਫਰੈਂਸ ਹੈ ਉਹਦੇ ਤੇ। ਇਸ ਲਈ ਮੈਂ ਕਹਿੰਦੀ ਵੀ ਜਿਹੜੇ ਸਿੱਖ ਨੇ ਜਾਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੁੰਦਾ, ਮੇਨਲੀ ਇਹ ਕਹਿ ਲਓ ਵੀ ਅੰਮ੍ਰਿਤ ਪਾਨ ਕਰਨ ਵਾਲਿਆਂ ਦੇ 5 ਉਹਨਾਂ ਦੇ ਕੰਕਾਰ ਉਹਨਾਂ ਨੂੰ ਧਾਰਨ ਕਰਨੇ ਪੈਂਦੇ ਨੇ। ਤੇ ਇਹ ਸਾਡੇ ਵਾਸਤੇ ਬਹੁਤ ਹੀ ਸਨਮਾਨਯੋਗ ਹੁੰਦੇ ਨੇ। ਦਾੜਾ, ਜਿਹੜਾ ਕੇਸ ਰੱਖਣਾ, ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਬੱਚਿਆਂ ਵਾਂਗੂ। ਏਦਾਂ ਨਹੀਂ ਦੇਸੀ ਘਿਓ ਲਾਉਂਦੇ ਨੇ ਸਾਡੇ ਬਜ਼ੁਰਗ, ਤੇ ਸਾਡੇ ਤਾਂ ਅੱਧਾ ਮੱਝਾਂ ਦਾ ਘਿਓ ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਤੇ ਲੱਗਦਾ, ਤੇ ਤੁਸੀਂ ਦਾੜਾ ਸਾਹਿਬ ਮੈਂ ਕਵਾਂਗੀ ਉਹਨਾਂ ਤੇ ਲੱਗਦਾ, ਤੇ ਤੁਸੀਂ ਉਹਨਾਂ ਦਾ ਮਜ਼ਾਕ ਉਡਾਈ ਜਾਂਦੇ ਹੋ। ਥੋੜੀ ਬਹੁਤ ਸ਼ਰਮ ਕਰ ਲਓ, ਇੰਨਾ ਹਾਸਾ ਨਾ ਪਾਓ ਕਿ ਤੁਹਾਡਾ ਆਪ ਹੀ ਹਾਸਾ ਬਣ ਜੇ। ਕਰ ਲਓ ਥੋੜੀ ਬਹੁਤ ਸ਼ਰਮ। ਅਸੀਂ ਕੁਆਂਟਲਾਂ ਨਾਲ ਭਾਰਤੀ ਸਿੰਘ ਨੂੰ ਇਹ ਗੱਲ ਦੱਸਿਓ ਵੀ ਸਾਡੀ ਕੁਆਂਟਲਾਂ ਨਾਲ ਘਿਓ ਹੈ ਜਿਹੜਾ ਸਾਡਾ ਦਾੜਿਆਂ ਤੇ ਖਰਚ ਹੁੰਦਾ। ਖਰਚ ਨਹੀਂ ਹੁੰਦਾ, ਅਸੀਂ ਆਪਦੇ ਸਤਿਕਾਰ ਨਾਲ ਕਰਦੇ ਹਾਂ। ਤੇ ਉਹਨੇ ਪਾਈਆ ਘਿਓ ਖਾਦਾ ਨਹੀਂ ਹੋਣਾ ਜ਼ਿੰਦਗੀ 'ਚ। ਜੇ ਖਾਦਾ ਵੀ ਹੋਏਗਾ ਤਾਂ ਚਲੋ ਉਹ ਆਪਾਂ ਉਹਦੇ ਤੇ ਕੀ ਕਮੈਂਟ ਕਰਨਾ। ਤੇ ਇਹ ਏਦਾਂ ਨਹੀਂ ਪਾਲੀਆਂ ਜਾਂਦੀਆਂ ਦਾੜੀਆਂ। ਇਹ ਭੈਣੇ ਮੇਰੀ, ਇਹ ਪੁੱਤਾਂ ਤੋਂ ਜ਼ਿਆਦਾ ਇਹਨਾਂ ਦੀ ਸੰਭਾਲ ਕਰਨੀ ਪੈਂਦੀ ਹੈ। ਇਹ ਗੁਰੂ ਦੀ ਬਖਸ਼ੀ ਹੋਈ ਦਾਤ ਹੈ। ਏਦਾਂ ਹੀ ਨਾ ਮਜ਼ਾਕ ਉਡਾ ਦਿਆ ਕਰੋ। ਮਜ਼ਾਕ ਇੱਕ ਸੈਂਸ ਨਾਲ ਉਡਾਇਆ ਕਰੋ ਮਜ਼ਾਕ। ਇਹ ਮਾਫੀ, ਫਿਰ ਬਾਅਦ ਚ ਗਲਤੀਆਂ ਕਰਨਾ, ਫਿਰ ਮਾਫੀ ਮੰਗ ਲੈਣਾ। ਇੱਕ ਮੈਨੂੰ ਲੱਗਦਾ ਕਿ ਇੱਕ ਇਹਨਾਂ ਤੇ ਸੈਂਸਰਸ਼ਿਪ ਹੋਣਾ ਚਾਹੀਦਾ। ਮੈਂ ਪਹਿਲਾਂ ਵੀ ਕਈ ਵਾਰੀ ਬੋਲ ਚੁੱਕੀ ਹਾਂ ਕਿ ਜਿਹੜਾ ਮੀਡੀਆ ਵੀ ਹੈ ਤੇ ਜਿਹੜਾ ਇੰਟਰਟੇਨਮੈਂਟ ਇੰਡਸਟਰੀ ਹੈ, ਇੱਕ ਫਿਕਸ ਕਿਸੇ ਦੀ ਆਇਡੈਂਟੀਟੀ ਨੂੰ ਵਿਅੰਗਾਤਮਕ ਨਾ ਯੂਜ਼ ਕਰਨ।
ਨੀਚਾ ਦਿਖਾਉਣ ਦੀ ਕੋਸ਼ਿਸ਼ ਨਾ ਕਰਨ। ਮੈਨੂੰ ਉਹ ਚੀਜ਼ ਬੜੀ ਬੁਰੀ ਲੱਗੀ। ਇਹ ਨੈਸ਼ਨਲ ਇੰਟਰਟੇਨਮੈਂਟ ਇੰਡਸਟਰੀ ਨੂੰ ਪਹੁੰਚਾਓ ਮੇਰੀ ਇਹ ਗੱਲ, ਜੇ ਤੁਸੀਂ ਪਹੁੰਚਾ ਸਕਦੇ ਹੋ ਮੇਰੇ ਭਰਾਓ, ਕਿ ਜਦੋਂ ਭਾਰਤੀ ਸਿੰਘ ਨੇ ਬੋਲਿਆ ਤੇ ਅੱਗੇ ਸਾਹਮਣੇ ਵਾਲੀ ਕੁੜੀ ਨੇ ਜਿਹੜਾ ਰਿਐਕਸ਼ਨ ਦਿੱਤਾ ਸਾਡੇ ਪਿਓਆਂ ਤੇ ਭਰਾਵਾਂ ਦੀਆਂ ਦਾੜੀਆਂ ਤੇ, ਐ ਉਲਟੀ ਕਰਨ ਵਾਲਾ ਤੇ ਐਡਾ ਗੰਦਾ ਐ ਬਣਾ ਕੇ, ਤਾਂ ਸਾਨੂੰ ਬਹੁਤ ਬੁਰੀ ਚੀਜ਼ ਲੱਗੀ। ਐਡੀ ਚੁਭਵੀਂ ਚੀਜ਼ ਸੀ ਨਾ ਉਹ, ਐਡੀ ਚੁਭਵੀਂ। ਉਹਦੇ ਚ ਹਾਸਾ ਕਿਵੇਂ ਹੋ ਸਕਦਾ? ਜਿਹੜਾ ਸਾਡੇ ਦਿਲਾਂ ਨੂੰ ਵਲੂੰਦਰੇ, ਉਹ ਹਾਸਾ ਕੀ ਹੈ? ਜਿਹੜੇ ਸਾਡੇ ਅੰਦਰ ਤੱਕ ਸੀਨੇ ਪਾੜ ਕੇ ਸਾਡੇ ਪਿਓਆਂ ਤੇ ਭਰਾਵਾਂ ਦੀਆਂ ਦਾੜੀਆਂ ਤੇ ਇਹ ਜਨਾਨੀਆਂ ਬੈਠ ਕੇ ਇਹਨਾਂ ਨੇ ਮਜ਼ਾਕ ਬਣਾਇਆ ਹੋਇਆ। ਆਪਦੀਆਂ ਸਹੇਲੀਆਂ ਜਿਨ੍ਹਾਂ ਦੀ ਤੂੰ ਬੇਇੱਜ਼ਤੀ ਕਰਦੀ ਪਈ, ਉਹਨਾਂ ਨੂੰ ਤਾਂ ਜਾ ਕੇ ਪੁੱਛ ਕਿ ਉਹਨਾਂ ਦੇ ਹਸਬੈਂਡ ਕਿਵੇਂ ਸੰਭਾਲ ਕਰਦੇ ਨੇ। ਤੇ ਇਹ ਉਹੀ ਦਾੜੀਆਂ ਨੇ ਜਿਹੜੀਆਂ ਦਾੜੀਆਂ ਹਰੀ ਸਿੰਘ ਨਲਵੇ ਵਰਗੇ ਨੇ ਰੱਖੀਆਂ ਸੀ। ਇਹ ਉਹੀ ਦਾੜੇ ਨੇ ਸਾਡੇ, ਇਹ ਉਹੀ ਨੇ ਜਿਹੜੇ ਗਜਨੀ ਦੀਆਂ ਮੰਡੀਆਂ ਚੋਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾ ਕੇ ਲਿਆਏ। ਇਹ ਉਹੀ ਖਾਲਸੇ ਦੇ ਦਾੜੇ ਨੇ। ਇਹਨਾਂ ਦਾੜਿਆਂ ਤੋਂ ਤਾਂ ਜਾ ਕੇ ਪਠਾਣਾਂ ਨੂੰ ਪੁੱਛੋ ਕਿੱਦਾਂ ਡਰਦੇ ਸੀ, ਪੁੱਛੋ ਜਰਵਾਣਿਆਂ ਨੂੰ ਕਿ ਇਹਨਾਂ ਦਾੜਿਆਂ ਵਾਲਿਆਂ ਤੋਂ ਕਿੱਦਾਂ ਡਰਦੇ ਸੀ। ਭਾਈ ਤਾਰੂ ਸਿੰਘ ਨੇ ਖੋਪੜੀ ਉਤਰਵਾਤੀ ਸੀ, ਕੇਸ ਨਹੀਂ ਸੀ ਕਟਵਾਏ। ਸਾਡੇ ਸ਼ਹੀਦ ਐਵੇਂ ਦੇ ਹੋਏ ਨੇ, ਐ ਮਿਲੀਆਂ ਨੇ ਸਾਨੂੰ ਇਹ ਪਹਿਚਾਨਾਂ। ਸ਼ਮਸ਼ੀਰਾਂ ਹੋਈਆਂ, ਸਾਡੇ ਕੜੇ ਹੋ ਗਏ ਤੇ ਸਾਡੇ ਕਿਰਪਾਨਾਂ ਕਛਹਿਰੇ ਹੋ ਗਏ। ਜਿਹੜੇ ਵੀ ਅਸੀਂ ਕਛਹਿਰਿਆਂ ਤੇ ਵੀ ਇੱਕ ਦਿਨ ਕਿਸੇ ਨੇ ਕਮੈਂਟ ਕੀਤਾ ਸੀ, ਇਹ ਬਹੁਤ ਗੰਦੀ ਗੱਲ ਹੈ ਇੰਟਰਟੇਨਮੈਂਟ ਇੰਡਸਟਰੀ ਵਾਸਤੇ। ਅਸੀਂ ਉਹਨੂੰ ਇੰਟਰਟੇਨਮੈਂਟ ਦਾ ਹਿੱਸਾ ਨਹੀਂ ਮੰਨਦੇ ਕਿ ਜਿਹੜੇ ਸਾਡੀ ਆਇਡੈਂਟੀਟੀ ਤੇ, ਸਾਡੀ ਪਹਿਚਾਨ ਚਿੰਨ੍ਹ ਤੇ, ਸਾਡੇ ਕੰਕਾਰਾਂ ਤੇ, ਸਾਡੀ ਵਿਰਾਸਤ ਤੇ ਹਮਲਾ ਕਰੇ, ਉਹਨੂੰ ਨੀਚਾ ਦਿਖਾ ਕੇ ਤੇ ਆਪ ਹੱਸੇ। ਦਰ ਫਿੱਟੇ ਮੂੰਹ ਜੇ ਹਾਸੇ ਦਾ, ਦਰ ਫਿੱਟੇ ਮੂੰਹ। ਸਤਿਕਾਰ ਕਰਨਾ ਚਾਹੀਦਾ ਤੁਹਾਨੂੰ ਤਾਂ ਝੁਕ ਕੇ ਸਲਾਮ ਕਰਨਾ ਚਾਹੀਦਾ ਹੈ ਕਿ ਇਹਨਾਂ ਦਾੜੇ ਵਾਲਿਆਂ ਨੇ ਸਾਡੀਆਂ ਗਜਨੀ ਦੀਆਂ ਮੰਡੀਆਂ ਚੋਂ ਸਾਡੀਆਂ ਧੀਆਂ ਭੈਣਾਂ ਨੂੰ ਸੇਫ ਬਚਾ ਕੇ ਲਿਆਂਦਾ। ਇਹ ਉਹੀ ਦਾੜਿਆਂ ਵਾਲੇ ਨੇ। ਭੈਣੇ ਮੇਰੀਏ, ਅਕਲ ਨੂੰ ਹੱਥ ਮਾਰ, ਅਕਲ ਨੂੰ ਹੱਥ ਮਾਰ। ਇਹ ਨੈਸ਼ਨਲ ਇੰਟਰਟੇਨਮੈਂਟ ਇੰਡਸਟਰੀ, ਹਾਸਾ ਇੰਡਸਟਰੀ, ਵਿਅੰਗਾਤਮਕ ਇੰਡਸਟਰੀ, ਇਹ ਕੰਨ ਖੋਲ ਕੇ ਸੁਣ ਲੈ, ਕੰਨ ਖੋਲ ਕੇ ਸੁਣ ਲਓ। ਕਿਸੇ ਵੀ ਸਾਡੇ ਸਿੱਖਾਂ ਤੇ, ਹਿੰਦੂ ਭਰਾਵਾਂ ਦੇ, ਮੁਸਲਿਮਾਂ ਤੇ, ਕਿਸੇ ਦੇ ਵੀ ਧਾਰਮਿਕ ਪਹਿਚਾਨਾਂ ਤੇ ਉਹਨਾਂ ਨੂੰ ਹਾਸਾ ਬਣਾਇਆ, ਵਿਅੰਗਾਤ ਬਣਾਇਆ, ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਕੋਰਟ ਦੇ ਵਿੱਚ ਜਾਵਾਂਗੇ। ਕੋਰਟ ਦੇ ਵਿੱਚ ਤਾਂ ਜਾਣਾ ਬੜੀ ਦੂਰ ਦੀ ਗੱਲ, ਅਸੀਂ ਫੜ ਕੁੱਟਾਂਗੇ। ਹੁਣ ਫੜ ਕੇ ਕੁੱਟਾਂਗੇ। ਉਦਾਂ ਸੁਧਰਦੇ ਨਹੀਂ ਤੁਸੀਂ। ਪਿਆਰ ਨਾਲ ਤੁਹਾਨੂੰ ਸਮਝਾ ਕੇ ਦੇਖ ਲਿਆ, ਤੁਸੀਂ ਨਹੀਂ ਸੁਧਰਦੇ। ਜਿਹੜੇ ਤੁਸੀਂ ਰਿਐਕਸ਼ਨ ਦਿੰਨੇ ਹੋ ਨਾ ਸਾਡੇ ਪਿਓਆਂ ਦੇ ਦਾੜਿਆਂ ਤੇ, ਬਾਜ ਆ ਜਾਓ। ਇਹ ਰਿਐਕਸ਼ਨ ਸਾਨੂੰ ਵੀ ਦੇਣੇ ਆਉਂਦੇ ਨੇ। ਜਦੋਂ ਅਸੀਂ ਕਲੀਨ ਸ਼ੇਵ ਲੋਕਾਂ ਨੂੰ ਦੇਖਦੇ ਹਾਂ, ਸਾਨੂੰ ਵੀ ਉਲਟੀ ਆਉਂਦੀ ਆ, ਬਟ ਅਸੀਂ ਰਿਐਕਸ਼ਨ ਨਹੀਂ ਦਿੰਦੇ। ਨੈਸ਼ਨਲ ਟੀਵੀਆਂ ਤੇ ਬੈਠ ਕੇ ਅਸੀਂ ਵੀ ਕਹਿ ਸਕਦੇ ਹਾਂ ਬਹੁਤ ਕੁਝ। ਮੈਂ ਹੁਣ ਕਹਿਣਾ ਨਹੀਂ ਚਾਹੁੰਦੀ, ਮੇਰੇ ਮੂੰਹ 'ਚ ਆ ਗਈ ਸੀ ਗੱਲ, ਬਟ ਮੈਂ ਫਿਰ ਵੀ ਅੰਦਰ ਘੁੱਟ ਲਈ। ਕਿਉਂ ਕਿਸੇ ਨੂੰ ਆਹਤ ਕਰਨਾ? ਕਿਉਂਕਿ ਸਾਡੇ ਧਰਮ ਨੇ ਸਾਨੂੰ ਸਿਖਾਇਆ ਹੈ, ਸਾਡੇ ਵੇ ਆਫ ਲਿਵਿੰਗ ਨੇ ਸਾਨੂੰ ਸਿਖਾਇਆ ਕਿ ਕਿਸੇ ਦੂਸਰੇ ਦੇ ਉੱਤੇ ਕਦੇ ਭੱਦਾ ਮਜ਼ਾਕ ਨਾ ਕਰਿਓ। ਐਵੇਂ ਦਾ ਮਜ਼ਾਕ ਨਾ ਕਰਿਓ ਕਿ ਅਗਲੇ ਨੂੰ ਨੀਚਾ ਦੇਖਣਾ ਪਏ, ਅਗਲੇ ਨੂੰ ਬੁਰਾ ਲੱਗੇ। ਸਾਨੂੰ ਉਹ ਚੀਜ਼ ਬੜੀ ਬੁਰੀ ਲੱਗੀ ਜਿਹੜੇ ਤੁਸੀਂ ਦੋਵਾਂ ਨੇ ਮਿਲ ਕੇ ਸਾਡੇ ਪਿਓਾਂ ਦੇ ਦਾੜਿਆਂ ਤੇ ਬੋਲਿਆ। ਸਾਨੂੰ ਬਹੁਤ ਬੁਰੀ ਲੱਗੀ ਚੀਜ਼। ਸਾਡੇ ਇੱਥੇ ਸੱਟ ਲੱਗੀ, ਇੱਥੇ ਸੀਨਿਆਂ ਤੇ। ਅਸੀਂ ਫਕਰ ਨਾਲ ਕਹਿੰਦੇ ਹਾਂ ਕਿ ਸਾਡੇ ਪਿਓ ਦਾਦੇ ਦਾੜੇ ਰੱਖਦੇ ਨੇ। ਸਾਨੂੰ ਮਾਣ ਹੈ ਸਾਡੇ ਪਿਓਾਂ ਤੇ ਭਰਾਵਾਂ ਤੇ, ਦਾੜਿਆਂ ਵਾਲੇ ਸਰਦਾਰਾਂ ਤੇ ਸਾਨੂੰ ਮਾਣ ਹੈ। ਅਸੀਂ ਹਮੇਸ਼ਾ ਮਾਣ ਕਰਦੇ ਰਵਾਂਗੇ। ਸਾਡੀ ਉਹ ਪਹਿਚਾਣ ਚਿੰਨ੍ਹ ਹੈ, ਕੋਈ ਨਹੀਂ ਰੋਕ ਸਕਦਾ। ਤੁਸੀਂ ਹਾਸਾ ਬਣਾ ਕੇ ਬਣਾਉਨੇ ਹੋ। ਤੁਸੀਂ ਸਰਦਾਰਾਂ ਦੇ 12 ਵਜੇ ਦੇ ਹਾਸੇ ਬਣਾਏ। ਉਹ ਲੋਟ ਆ ਜਾਓ ਤੁਸੀਂ, ਲੋਟ। ਨਹੀਂ ਤਾਂ ਲੋਟ ਸਾਨੂੰ ਕਰਨਾ ਆਉਂਦਾ ਹੈ। ਅਸੀਂ ਸਰਕਾਰਾਂ ਤੱਕ ਨੂੰ ਲੋਟ ਕਰਦਾ, ਨਹੀਂ ਤਾਂ ਪੁੱਛ ਲਓ ਜਾ ਕੇ ਆਪਣੀਆਂ ਸਰਕਾਰਾਂ ਨੂੰ। ਅਸੀਂ ਜਰਵਾਣਿਆਂ ਨੂੰ ਲੋਟ ਕਰਦੇ ਰਹੇ ਹਾਂ, ਖਾਲੀ ਮੋੜਦੇ ਰਹੇ ਹਾਂ, ਖਾਲੀ। ਜਿਹਦੇ ਤੇ ਤੁਸੀਂ ਅੱਜ ਮਾਣ ਕਰਦੇ ਫਿਰਦੇ ਹੋ ਨਾ, ਇਹ ਉਹ ਦਾੜਿਆਂ ਦੀ ਬਦੌਲਤ ਹੈ। ਜਿਹਨੂੰ ਅੱਜ ਤੁਸੀਂ ਭਾਰਤ ਵੀ ਕਹਿੰਦੇ ਫਿਰਦੇ ਹੋ, ਉਹ ਦਾੜਿਆਂ ਦੀ ਬਦੌਲਤ ਹੈ।
ਸਾਨੂੰ ਮਾਣ ਹੈ ਆਪਦੇ ਭਰਾਵਾਂ ਤੇ, ਸਾਡੇ ਪਿਓਾਂ ਤੇ, ਸਾਡੇ ਦਾਦਿਆਂ ਪੜਦਾਦਿਆਂ ਤੇ ਜਿਨ੍ਹਾਂ ਨੇ ਦਾੜੇ ਰੱਖਿਆ। ਮੈਂ ਉਹਨਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਣੀ ਆ। ਮੈਨੂੰ ਸਾਰਿਆਂ ਤੇ ਬਹੁਤ ਮਾਣ ਹੈ। ਤੁਸੀਂ ਬਹੁਤ ਜ਼ਿਆਦਾ, ਤੁਸੀਂ ਇਹਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ। ਇਹ ਫਿਰ ਕਹਿਣਾ ਕੁੱਤੇ ਭੌਂਕ ਕੇ ਹਟ ਜਾਂਦੇ। ਮੈਂ ਤਾਂ ਇਹ ਆਪਦੀ ਜ਼ਬਾਨ ਗੰਦੀ ਨਹੀਂ ਕਰਨਾ ਚਾਹੁੰਦੀ, ਸੱਚੀ ਮੈਂ ਇੱਦਾਂ ਨਹੀਂ ਬੋਲਣਾ ਚਾਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਨੂੰ ਮਾਣ ਹੈ ਮੇਰੇ ਬਜ਼ੁਰਗਾਂ ਤੇ, ਮੇਰੇ ਭਰਾਵਾਂ ਤੇ, ਉਹਨਾਂ ਖਾਲਸਾ ਤੇ, ਸਿੱਖਾਂ ਤੇ ਜਿਨ੍ਹਾਂ ਨੇ ਦਾੜਿਆਂ ਨੂੰ ਬਰਕਰਾਰ ਰੱਖਿਆ ਹੋਇਆ, ਸਾਂਭ ਸੰਭਾਲ ਰੱਖੀ ਹੋਈ ਹੈ। ਕੋਈ ਇਹਨਾਂ ਦੇ ਰਿਐਕਸ਼ਨਾਂ ਤੋਂ ਨਾ ਡਰੋ। ਅਸੀਂ ਸਰਦਾਰ ਨਹੀਂ, ਅਸੀਂ ਸਿੱਖ ਨਹੀਂ, ਅਸੀਂ ਨਾਲ ਆ ਤੁਹਾਡੇ। ਸਾਨੂੰ ਪਤਾ ਹੈ ਨਾ, ਅਸੀਂ ਦੇਖਿਆ ਨੇੜੇ ਆਪਦੇ ਪਿਓਾਂ ਨੂੰ ਬਦਾਮਾਂ ਦਾ ਤੇਲ ਲਾਉਂਦੇ ਆ, ਨਾ ਮੁੱਛਾਂ ਨੂੰ ਏਦਾਂ ਮਰੋੜਦੇ ਆ, ਤਾਂ ਚੱਕਦੇ ਹੋਏ ਅਸੀਂ ਦੇਖਿਆ ਹੈ। ਅਸੀਂ ਤਾਂ ਆਪਦੇ ਪਿਓ ਦੀ ਮੁੱਛ ਤੋਂ, ਘੂਰ ਤੋਂ ਸਮਝ ਜੀਦਾ ਸੀ, ਉਹਦੇ ਵੱਟ ਤੋਂ ਸਮਝ ਜੀਦਾ ਸੀ ਕਿ ਸਾਡਾ ਜਿਹੜਾ ਬਾਪ ਹੈ ਉਹ ਕਿੰਨਾ ਕੁ ਸਾਨੂੰ, ਸਾਡੀ ਜਿਹੜੀ ਖੁੱਲ੍ਹ ਹੈ ਕਿੰਨੀ ਕੁ ਸਾਨੂੰ ਦੇਣਾ ਚਾਹੁੰਦਾ, ਸਮਝ ਜਾਂਦੇ ਅਸੀਂ ਆਪਦੇ ਮੇਰੇ ਭਰਾ ਦੀ ਦਾੜ ਤਾਂ ਇੱਥੋਂ ਤੱਕ ਆਉਂਦੀ, ਏਡੀ ਲੰਬੀ ਲੰਬੀ ਹੈ। ਤੇ ਮੈਨੂੰ ਤਾਂ ਬਹੁਤ ਮਾਣ ਹੈ। ਤੁਸੀਂ ਸੇਵੀਆਂ ਕਹੋ ਜਾਂ ਤੁਸੀਂ ਰੱਸੇ ਕਹੋ, ਤੁਸੀਂ ਕੁਛ ਵੀ ਕਹੋ, ਤੁਸੀਂ ਹੁੰਨੀਆਂ ਕੌਣ ਆ? ਜ਼ੀਰੋ ਹੋ ਤੁਸੀਂ ਕੌਣ ਹੋ? ਸਾਡੀਆਂ ਆਇਡੈਂਟੀਟੀਆਂ ਦੱਸਣ ਵਾਲੇ ਕੌਣ ਹੋ ਤੁਸੀਂ? ਜੇ ਕਿਸੇ ਹਿੰਦੂ ਭਰਾ ਦੀ ਵੀ ਦਾੜੀ ਹੈ, ਮੈਨੂੰ ਮਾਣ ਹੈ ਉਹਦੇ ਤੇ। ਜੇ ਕਿਸੇ ਮੁਸਲਿਮ ਭਰਾ ਦੀ ਵੀ ਦਾੜੀ, ਮੁਸਲਮਾਨ ਦੀ ਆਲਮੋਸਟ ਮੈਂ ਦੇਖਿਆ ਉਹਨਾਂ ਦੀ ਮੁੱਛਾਂ ਤਾਂ ਕੱਟੀਆਂ ਹੁੰਦੀਆਂ, ਦਾੜੀ ਜ਼ਰੂਰ ਹੁੰਦੀ। ਉਹਨਾਂ ਸਾਰਿਆਂ ਤੇ ਮੈਨੂੰ ਮਾਣ ਹੈ। ਜੇ ਕਿਸੇ ਵੀ ਧਰਮ ਨੂੰ ਤੇ ਕਿਸੇ ਵੀ ਸੁਸਾਇਟੀ, ਕਿਸੇ ਵੀ ਹਿਊਮਨ ਬੀਇੰਗ ਨੇ ਜੇ ਆਪਦੇ ਨੈਚੁਰਲ ਵਾਲਾਂ ਨੂੰ ਆਪਦੀ ਸਾਂਭ ਸੰਭਾਲ ਕਰਕੇ ਰੱਖਿਆ ਹੋਇਆ ਹੈ ਤਾਂ ਮੈਨੂੰ ਉਹਦੇ ਤੇ ਮਾਣ ਹੈ। ਅਸੀਂ ਮਾਣ ਕਰਦੇ ਹਾਂ ਤੁਹਾਡੇ ਤੇ ਇਹਨਾਂ ਗੱਲਾਂ ਤੋਂ ਇਹਨਾਂ ਨੂੰ ਆਪਦੀ ਲੈਣੀ ਦੇਣੀ ਪਊਗੀ। ਬਾਕੀ ਇਹਨਾਂ ਤੇ ਇੱਕ ਕੋਰਟ ਕੇਸ ਵੀ ਹੋਣੇ ਚਾਹੀਦੇ ਨੇ ਕਿ ਇਹ ਸਾਨੂੰ ਸਾਡੀ ਆਇਡੈਂਟੀਟੀਆਂ ਹਾਸਿਆਂ ਦਾ ਪਾਤਰ ਨਹੀਂ ਹੈਗੀਆਂ। ਸਾਡੀਆਂ ਆਇਡੈਂਟੀਟੀਆਂ ਮਾਣ ਸਤਿਕਾਰ ਤੇ ਗਰਿਮਾਮਈ ਨੇ। ਸਾਡੀਆਂ ਆਇਡੈਂਟੀਟੀਆਂ ਗਰਿਮਾਮਈ ਨੇ, ਉਹਨਾਂ ਦੀ ਗਰਿਮਾ ਬਰਕਰਾਰ ਰਹਿਣੀ ਚਾਹੀਦੀ ਹੈ। ਜੇ ਤੁਸੀਂ ਹਾਸਾ ਵੀ ਬਣਾਉਣਾ, ਇੱਕ ਹੱਦ ਤੱਕ ਸਾਡੀਆਂ ਆਇਡੈਂਟੀਟੀਆਂ ਤੇ ਨਾ ਜਾਇਓ। ਤੇ ਕੰਗਣਾ ਰਣੌਤ ਕਹਿੰਦੀ, ਮੈਂ ਕਿਸੇ ਨੇ ਕੁਐਸਚਨ ਪੁੱਛਿਆ ਕਿ ਪੰਜਾਬ ਦੇ ਨਾਲ ਸੰਬੰਧਿਤ ਕਿਸੇ ਨੇ ਕੁਐਸਚਨ ਪੁੱਛਿਆ ਤੇ ਕੰਗਣਾ ਰਣੌਤ ਮੈਡਮ ਕਹਿੰਦੇ ਕਿ ਮੈਂ ਸਿੱਖਣੀ ਤੇ ਸਰਦਾਰਨੀ ਦੇ ਰੋਲ ਵਿੱਚ ਬੜੀ ਜਲਦੀ ਨਜ਼ਰ ਆਉਣ ਵਾਲੀ ਹਾਂ। ਤੂੰ ਕੀ ਰੋਲ ਕਰੇਂਗੀ ਸਾਡਾ? ਤੂੰ ਰੋਲ ਕਰੇਂਗੀ? ਉਹੀ ਜਿਹੜੇ ਇੱਥੇ ਬੈਠੇ ਸਿੱਖਾਂ ਨੂੰ ਤੇ ਖਾਲਸਾ ਨੂੰ ਕਹਿੰਦੀ ਰਹੀ ਹੈ, ਸਰਦਾਰਾਂ ਨੂੰ, ਵੀ ਇਹ ਅੱਤਵਾਦੀ ਨੇ ਤੇ ਖਾਲਿਸਤਾਨੀ ਨੇ ਤੇ ਫਲਾਣੇ ਨੇ ਤੇ ਧਮਕਾਣੇ ਨੇ। ਪਹਿਲਾਂ ਜਾ ਕੇ ਨਾ ਕਈ ਪੀੜ੍ਹੀਆਂ ਜਾ ਕੇ ਸਿੱਖ ਪਹਿਲਾਂ ਤੇ ਇੰਡਸਟਰੀ ਵਾਲੀ ਵੀ ਜਾਣ ਬੁੱਝ ਕੇ ਜੇ ਲੋਕਾਂ ਨੂੰ ਲੈਂਦੇ ਨੇ। ਕੰਨ ਖੋਲ ਕੇ ਸੁਣ ਲਓ, ਜਿਹੜੇ ਕੰਟਰੋਵਰਸੀਅਲ ਸਟੇਟਮੈਂਟਾਂ ਦਿੰਦੇ ਨੇ ਸਾਡੀ ਆਇਡੈਂਟੀਟੀ ਤੇ, ਸਾਡੇ ਉੱਤੇ, ਉਹਨਾਂ ਨੂੰ ਅਸੀਂ ਐਜ਼ ਏ ਕਲਾਕਾਰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ, ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਉਹਨਾਂ ਦੀ ਕੋਈ ਫਿਲਮ ਨਹੀਂ ਲੱਗਣ ਦੇਣੀ। ਬਣਾਓ ਤੁਸੀਂ ਫਿਲਮਾਂ, ਖਰਚੋ ਪੈਸੇ, ਅਸੀਂ ਦਿਖਾਉਂਦੇ ਹਾਂ ਤੁਹਾਨੂੰ ਤਾਰੇ। ਲਗਾਓ ਤੁਸੀਂ ਪੰਜਾਬ ਦੇ ਵਿੱਚ ਸਾਡੀ ਹੀ ਆਇਡੈਂਟੀਟੀ ਦੇ ਉੱਤੇ ਫਿਲਮ ਬਣਾਉਣ ਵਾਲੇ। ਪੰਜਾਬ ਦੀਆਂ ਕੁੜੀਆਂ ਮਰ ਗਈਆਂ ਨੇ ਜਿਹੜੀਆਂ ਸਰਦਾਰਨੀ ਦਾ ਰੋਲ ਨਹੀਂ ਕਰ ਸਕਦੀਆਂ, ਬਹੁਤ ਨੇ ਪੰਜਾਬ ਦੀਆਂ ਇੰਡਸਟਰੀ 'ਚ। ਲੈ ਲਓ, ਕੰਟਰੋਵਰਸੀਅਲ ਕੋਈ ਵੀ ਜਿਹੜਾ ਕਲਾਕਾਰ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ, ਭਾਵੇਂ ਉਹ ਐਕਟਿੰਗ ਹੀ ਕਿਉਂ ਨਾ ਕਰਦਾ ਹੋਵੇ। ਉਹਦੀ ਮਾਨਸਿਕ ਦਸ਼ਾ ਉਹੀ ਰਹਿੰਦੀ ਹੈ, ਭਾਵੇਂ ਉਹ ਐਕਟਿੰਗ ਕਰ ਰਿਹਾ ਹੋਵੇ। ਸਰਦਾਰਨੀ ਦਾ ਰੋਲ ਕਰਨ ਲਈ ਤੈਨੂੰ ਇੱਕ ਜਨਮ ਦੂਸਰਾ ਲੈਣਾ ਪਊਗਾ ਸਰਦਾਰਾਂ ਦੇ ਘਰੇ, ਤਾਂ ਤੈਨੂੰ ਪਤਾ ਲੱਗੇਗਾ ਕਿ ਸਰਦਾਰ ਦੀ ਵੈਲਿਊ ਕੀ ਹੈ। ਤੂੰ ਬੇਇੱਜ਼ਤੀ ਕਰਦੀ ਹੈ। ਬਹੁਤ ਹੋ ਗਿਆ ਇਹਨਾਂ ਨੇ ਨਾਟਕ ਸਮਝ ਰੱਖਿਆ। ਦੂਜੇ ਦਿਨ ਉਹਨੂੰ ਬੋਲਤਾ, ਇਹਨੂੰ ਬੋਲਤਾ। ਜ਼ਬਾਨ ਤੇ ਕੰਟਰੋਲ ਨਹੀਂ, ਸਾਡੀਆਂ ਜ਼ਬਾਨਾਂ ਨਹੀਂ ਹੈਗੀਆਂ, ਅਸੀਂ ਨਹੀਂ ਬੋਲ ਸਕਦੇ। ਜਦੋਂ ਮਰਜ਼ੀ ਬੋਲ ਸਕਦੇ ਹਾਂ ਅਸੀਂ ਨਹੀਂ ਬੋਲਦੇ ਕਿਉਂਕਿ ਅਸੀਂ ਕਿਸੇ ਨੂੰ ਨੀਚਾ ਨਹੀਂ ਦਿਖਾ ਸਕਦੇ। ਤੁਸੀਂ ਜਾਣ ਬੁੱਝ ਕੇ ਦਿਖਾਉਣੀ ਹੋ। ਆਈਆਂ ਇਹ ਵੱਡੀਆਂ ਕਲਾਕਾਰ, ਸੁਧਰ ਜਾਓ ਤੁਸੀਂ। ਕੋਈ ਮੇਲ ਵੀ ਕਲਾਕਾਰ ਹੋਵੇ, ਕੋਈ ਵੀ ਵਿਅੰਗ ਹੱਦ ਤੱਕ ਕਰੋ, ਹੱਦ ਤੱਕ ਹਾਸਾ ਠੀਕ ਲੱਗੇਗਾ। ਉਹ ਹੱਦੋਂ ਵੱਧ ਜਦੋਂ ਸਾਡੀ ਆਇਡੈਂਟੀਟੀ ਤੇ ਪਹੁੰਚ ਜਾਏਗਾ, ਅਸੀਂ ਅਜੇ ਹਾਸੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਬਕਾਇਦਾ ਅਸੀਂ ਬਾਹਰ ਕੱਢਾਂਗੇ। ਤੁਹਾਨੂੰ ਇੰਡਸਟਰੀ 'ਚ ਬਾਹਰ ਕਢਾਉਣ ਦੇ ਵਿੱਚ ਅਸੀਂ ਅੱਗੇ ਵੱਧ ਕੇ ਕੰਮ ਕਰਾਂਗੇ।
ਕਹਿੰਦੀ ਮੈਨੂੰ ਪੰਜਾਬ ਨਾਲੋਂ ਨਾਲੇ ਤੁਹਾਡੀ ਬੈਕਗਰਾਊਂਡ ਦਾ ਵੀ ਸਾਨੂੰ ਪਤਾ ਇਤਿਹਾਸਿਕ ਡੋਗਰਿਆਂ ਨੇ ਸਭ ਤੋਂ ਜ਼ਿਆਦਾ ਲੜਾਈਆਂ ਲੜੀਆਂ ਨੇ ਸਾਡੇ ਗੁਰੂਆਂ ਨਾਲ, ਜਾਣਦੇ ਹਾਂ ਅਸੀਂ ਸੰਸਾਰ ਚੰਦ ਵਰਗਿਆਂ ਨੂੰ ਸਾਰਾ ਪਤਾ ਇਤਿਹਾਸ। ਕੰਗਣਾ ਰਣੌਤ ਭੈਣ ਤੇਰਾ ਇਸੇ ਕਰਕੇ ਤੂੰ ਬੋਲਦੀ ਹੈ, ਉਹ ਪਿਛੋਕੜ ਬੋਲਦਾ ਵਿੱਚ, ਤੇ ਅਸੀਂ ਇਸੇ ਕਰਕੇ ਤੇਰੇ ਅਗੇਂਸਟ ਖੜੇ ਹੁੰਦੇ, ਸਾਡੇ ਪਿੱਛੇ ਵੀ ਸਾਡਾ ਪਿਛੋਕੜ ਬੋਲਦਾ। ਸੋ ਇਹਨਾਂ ਗੱਲਾਂ ਨਾਲ ਮੈਂ ਆਪਣੀ ਵੀਡੀਓ ਕਈ ਵਾਰੀ ਲੰਬੀ ਹੋ ਜਾਂਦੀ। ਬਹੁਤ ਲੋਕ ਕਹਿੰਦੇ ਨੇ ਵੀ ਤੁਸੀਂ ਗੱਲਾਂ ਵੀ ਵਾਰ-ਵਾਰ ਰਿਪੀਟ ਕਰਦੇ ਹੋ। ਮੈਨੂੰ ਬਹੁਤ ਸੱਚੀ ਕਹਿੰਦੀ ਹਾਂ ਵੀ ਮੈਨੂੰ ਗੁੱਸਾ ਆਉਂਦਾ ਜੇ ਲੋਕਾਂ ਦੇ। ਮੈਂ ਕੁਛ ਨਹੀਂ ਬੋਲਣਾ ਚਾਹੁੰਦੀ, ਮੈਂ ਸੱਚੀ ਇੱਕ ਸੈਲਫ ਰਿਅਲਾਈਜੇਸ਼ਨ ਹੁੰਦਾ ਨਾ, ਮੈਂ ਇੱਕ ਅਜਿਹੀ ਅਵਸਥਾ ਦੇ ਵਿੱਚ ਹਾਂ, ਆਪਣੇ ਆਪ ਨੂੰ ਮੈਂ ਕੰਟਰੋਲ ਕਰਦੀ ਹਾਂ ਕਿ ਕੋਈ ਮੇਰੇ ਸਾਹਮਣੇ ਗਲਤ ਵੀ ਕਰ ਰਿਹਾ ਨਾ, ਮੈਂ ਕੋਸ਼ਿਸ਼ ਕਰਦੀ ਹਾਂ ਵੀ ਉਹਨੂੰ ਬੋਲ ਕੇ ਜ਼ੁਬਾਨ ਨਾਲ ਹਟਾਵਾਂ, ਤੇ ਬੋਲਦੀ ਜ਼ਰੂਰ ਹਾਂ, ਬਟ ਮੈਂ ਇੱਕ ਅਜਿਹੀ ਕੋਸ਼ਿਸ਼ ਦੇ ਵਿੱਚ ਹਾਂ ਕਿ ਇੱਕ ਅਜਿਹੀ ਅਵਸਥਾ ਦੇ ਵਿੱਚ ਕਿ ਇਨਸਾਨ ਮਤਲਬ ਨਾ ਹੀ ਬੋਲੇ ਤਾਂ ਬੈਟਰ ਹੈ। ਬਟ ਨਹੀਂ ਲੋਕ ਲੋਟ ਆਉਂਦੇ, ਨਹੀਂ ਆਉਂਦੇ ਲੋਟ, ਸਮਝਾਉਣਾ ਪੈਂਦਾ ਇਹਨਾਂ ਨੂੰ। ਪੈਸੇ ਕਮਾਉਣੇ ਨੇ ਭਾਈ, ਹੋਰ ਬਹੁਤ ਸਾਧਨ ਨੇ, ਪੈਸੇ ਕਮਾਓ, ਬਹੁਤ ਸਾਧਨ ਨੇ, ਤੇ ਐਦਾਂ ਸਾਡੀ ਹਾਸੇ ਨਾਲ ਵੀ ਪੈਸੇ ਕਮਾਓ। ਕਪਿਲ ਸ਼ਰਮਾ ਹੈ ਪੰਜਾਬੀ, ਉੱਥੇ ਬਹੁਤ ਵਧੀਆ ਭਰਾ ਸਾਡਾ, ਬਹੁਤ ਵਧੀਆ ਕਰਦਾ ਕੰਮ। ਕਦੇ ਸਿੱਖਾਂ ਤੇ ਮਜ਼ਾਕ ਮੈਂ ਨਹੀਂ ਦੇਖਿਆ ਉਹਨੂੰ ਕਦੇ ਬਣਾਇਆ। ਜੇ ਉਹਨੇ ਵੀ ਕਦੇ ਬਣਾਏਗਾ ਤਾਂ ਆਪਾਂ ਉਸ ਭਰਾ ਦੇ ਅਗੇਂਸਟ ਵੀ ਬੋਲਾਂਗੇ। ਬਹੁਤ ਮਿਹਨਤ ਕੀਤੀ ਉਸ ਵੀਰ ਨੇ, ਸਾਨੂੰ ਉਸ ਅੰਮ੍ਰਿਤਸਰੀ ਭਰਾ ਤੇ ਮਾਣ ਹੈ, ਕਪਿਲ ਸ਼ਰਮਾ ਤੇ। ਸ਼ਰਮਾ ਹੈ ਉਹ, ਹੋ ਸਕਦਾ ਕੁਛ ਵੀ ਸਾਨੂੰ, ਬਟ ਮੈਨੂੰ ਮਾਣ ਹੈ ਕਿ ਸਾਡਾ ਭਰਾ ਮਿਹਨਤ ਕਰਕੇ ਉੱਥੇ ਪਹੁੰਚਿਆ। ਤੇ ਇਹ ਭਾਰਤੀ ਸਿੰਘ ਦੀ ਵੀ ਅਸੀਂ ਬੜੀ ਸਪੋਰਟ ਕਰਦੇ ਹਾਂ, ਬਟ ਇਹ ਸਿੱਖਾਂ ਦੇ ਅਗੇਂਸਟ ਹੋ ਗਈ ਜਦੋਂ ਤੋਂ ਬੀਜੇਪੀ ਜੁਆਇਨ ਕੀਤੀ। ਸਾਨੂੰ ਪਤਾ ਤੂੰ ਤਾਜੀ ਬੀਜੇਪੀ ਜੁਆਇਨ ਕੀਤੀ ਹੈ ਭੈਣੇ ਮੇਰੀਏ, ਤੇ ਉਹ ਕਾਤ 'ਚ ਰਹਿ। ਕਿਸੇ ਪਾਰਟੀ ਦੇ ਵਿੱਚ ਜਾਈਦਾ ਤੇ ਏਦਾਂ ਦੂਸਰੇ ਨੂੰ ਨੀਚੇ ਨਹੀਂ ਲਾਈਦਾ। ਸਿੱਖ ਤਾਂ ਬਹੁਤ, ਸਿੱਖ ਜਿਹੜੀ ਖਾਲਸਾ ਫੌਜ ਹੈ ਨਾ, ਖਾਲਸਾ ਫੌਜ, ਉਹ ਤਾਂ ਇੱਕ ਆਈਡੀਅਲ ਫੌਜ ਹੈ ਸਾਡੀ, ਇੱਕ ਆਈਡੀਅਲ ਸੁਸਾਇਟੀ ਹੈ ਸਾਡੀ, ਜਿਹਨੂੰ ਜ਼ਮੀਨੀ ਪੱਧਰ ਦੀ ਮਿਲੀ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ। ਚਲੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਨੂੰ ਬਾਬਾ ਪ੍ਰਗਟ ਸਿੰਘ ਜੀ ਦੇਖ ਰਹੇ ਨੇ, ਬਾਬਾ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲੇ 5 ਜੂਨ ਵਾਲੇ ਪ੍ਰੋਗਰਾਮ ਤੇ ਤੁਸੀਂ ਬੁਲਾਇਆ ਨਹੀਂ, ਫੋਨ ਨਹੀਂ ਕੀਤਾ। ਪਹਿਲਾਂ ਕਈ ਫੋਨ ਕਰਦੇ ਰਹੇ ਤੁਸੀਂ, ਤੇ ਹੁਣ ਨਹੀਂ ਆਇਆ ਤੁਹਾਡਾ ਫੋਨ। ਚਲੋ ਕੋਈ ਨਹੀਂ, 5 ਜੂਨ ਨੂੰ ਵੈਸੇ ਮੈਂ ਕੋਸ਼ਿਸ਼ ਕਰਾਂਗੀ ਪਹੁੰਚੂੰਗੀ। ਤੇ ਬਾਕੀ ਮੇਰੇ ਸਾਰੇ ਦਾੜੇ ਵਾਲੇ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਮੇਰੇ ਵੀਰਾਂ ਨੂੰ, ਮੇਰੇ ਖਾਲਸਾ ਭਰਾਵਾਂ ਨੂੰ ਬਹੁਤ ਜ਼ਿਆਦਾ ਮਾਣ, ਬਹੁਤ ਜ਼ਿਆਦਾ ਸਤਿਕਾਰ। ਮੇਰਾ ਸਿਰ ਝੁਕਦਾ ਹੈ ਇਹ ਉਹਨਾਂ ਦੇ ਕਦਮਾਂ ਵੱਲ। ਬਸ ਦਾੜਿਆਂ ਦੀ ਸਾਂਭ ਸੰਭਾਲ ਕਰੋ, ਇਹਨਾਂ ਦਾੜਿਆਂ ਨੂੰ ਲਾਜ ਨਹੀਂ ਲਾਉਣੀ ਆਪਾਂ। ਬਹੁਤ ਮਾਣ ਹੈ ਤੁਹਾਡੇ ਉੱਤੇ, ਤੁਸੀਂ ਬਹੁਤ ਵਧੀਆ ਸੰਭਾਲ ਕਰਦੇ ਹੋ ਦਾੜਿਆਂ ਦੀ। ਤੇ ਇਹਨਾਂ ਛੋਟੀਆਂ ਮੋਟੀਆਂ ਚੀਜ਼ਾਂ ਵੱਲ ਦੇਖ ਕੇ, ਇਹਨਾਂ ਦੀ ਟੀਕਾ ਟਿੱਪਣੀ ਵੱਲ, ਤੇ ਅਸੀਂ ਆਪਣੇ ਆਪ ਤੋਂ ਨਫ਼ਰਤ ਨਹੀਂ ਕਰਨੀ। ਇਹ ਕੋਸ਼ਿਸ਼ ਤਾਂ ਕਰਦੇ ਪਏ ਨੇ ਨਫ਼ਰਤ ਦੇ ਬੀਜ ਭਰਨ ਦੀ, ਤੇ ਕੋਈ ਨਹੀਂ, ਇਹਨਾਂ ਦੇ ਰਿਐਕਸ਼ਨਾਂ ਦੇ ਕੋਈ ਨਹੀਂ, ਅੱਗੇ ਹੋਰ ਵੀ ਰਿਐਕਸ਼ਨ ਆਉਣਗੇ, ਇਹਨਾਂ ਨੂੰ ਮੁੱਲ ਦੇਣਾ ਪਊਗਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਸ਼ੇਅਰ ਕਰ ਦਿਆ ਕਰੋ, ਮੈਂ ਕਦੇ ਨਹੀਂ ਕਿਹਾ, ਬਟ ਕਰ ਦਿਆ ਕਰੋ। ਦੂਰ ਤੱਕ ਪਹੁੰਚੇ ਆਵਾਜ਼ ਤਾਂ ਚੰਗਾ ਹੁੰਦਾ, ਗੱਲ ਦੂਰ ਤੱਕ ਪਹੁੰਚੇ ਤਾਂ ਚੰਗਾ ਹੀ ਹੁੰਦਾ, ਕਿ ਕੁਛ ਲੋਕ ਤਾਂ ਸੁਧਰ ਜਾਂਦੇ ਨੇ, ਫਿਰ ਅੱਗੇ ਤੋਂ ਕੰਟਰੋਲ ਕਰਕੇ ਬੋਲਦੇ ਨੇ। ਸਾਰਿਆਂ ਨੂੰ ਬੇਨਤੀ ਹੈ ਕਿ ਸੋਸ਼ਲ ਮੀਡੀਆ ਨੂੰ ਆਪਾਂ ਨਾ ਐਜ਼ ਏ ਪੋਜ਼ੀਟਿਵ ਵੇ ਵਿੱਚ ਯੂਜ਼ ਕਰੀਏ, ਨੈਗੇਟਿਵ ਨਹੀਂ। ਕਿਸੇ ਦੇ ਉੱਤੇ ਟੀਕਾ ਟਿੱਪਣੀ ਕਰਕੇ, ਕਿਸੇ ਤੇ ਬੇਇੱਜ਼ਤੀ ਕਰਕੇ ਨਹੀਂ, ਕਿਸੇ ਨੂੰ ਸਰਾਹ ਕੇ ਵੀ, ਚੰਗੇ ਕੰਮਾਂ ਨੂੰ ਸਰਾਹ ਕੇ ਵੀ ਅੱਗੇ ਵਧਿਆ ਜਾ ਸਕਦਾ। ਸੋ ਆਪਾਂ ਇਹਨੂੰ ਇੱਕ ਪੋਜ਼ੀਟਿਵ ਵੇ ਨਾਲ ਯੂਜ਼ ਕਰੀਏ ਤਾਂ ਬਹੁਤ ਵਧੀਆ ਗੱਲ ਹੈ। ਸੋ ਵੀਰੋ ਸ਼ੇਅਰ ਕਰ ਦਿਆ ਕਰੋ। ਤੇ ਸਾਰਿਆਂ ਨੂੰ ਮੇਰੇ ਦਾੜੇ ਵਾਲੇ ਭਰਾਵਾਂ ਵਾਸਤੇ ਮੇਰਾ ਸਲੂਟ ਹੈ, ਅੱਜ ਸਲੂਟ ਦਿਲੋਂ ਹੈ। ਫਤਿਹ ਦੀ ਸਾਂਝੇ ਸਲੂਟ, ਮਤਲਬ ਹਰ ਤਰੀਕੇ ਸੇ ਮੇਰਾ ਮਤਲਬ ਰੋਮ ਰੋਮ ਤੁਹਾਡਾ ਕਹਿ ਲਓ ਕਿ ਅੱਜ ਸਨਮਾਨ ਕਰਦਾ ਪਿਆ ਕਿ ਕੋਈ ਸਾਡੇ ਜਿਹੜੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਦਾੜਿਆਂ ਦੀ ਸੰਭਾਲ ਕੀਤੀ ਹੋਈ ਤੇ ਇੱਦਾਂ ਕੋਈ ਬੋਲੇ ਤਾਂ ਮੈਨੂੰ ਬੜਾ ਬੁਰਾ ਫੀਲ ਹੋਇਆ। ਤੇ ਮੈਂ ਦਿਲੋਂ ਸਤਿਕਾਰ ਕਰਦੀ ਹਾਂ, ਦਿਲੋਂ। ਮੇਰਾ ਰੋਮ ਰੋਮ ਤੁਹਾਡੇ ਕਦਮਾਂ 'ਚ ਕਿ ਬਸ ਤੁਸੀਂ ਉਹਨਾਂ ਦੀ ਸਹੀ ਤਰੀਕੇ ਨਾਲ ਹੋਰ ਜ਼ਿਆਦਾ ਆਪਾਂ ਉਸ ਦਾ ਮਾਣ ਵਧਾਉਣਾ ਹੈ, ਤਾਂ ਕੁਛ ਗਲਤ ਨਹੀਂ ਕਰਨਾ, ਉਹਦਾ ਮਾਣ ਹਮੇਸ਼ਾ ਬਰਕਰਾਰ ਰਹੇਗਾ। ਤੇ ਤੁਹਾਡੇ ਚਰਨਾਂ ਵਿੱਚ ਮੇਰਾ ਸਿਰ ਝੁਕਦਾ, ਸਾਰੇ ਦਾੜੇ ਵਾਲੇ ਵੀਰਾਂ ਦਾ, ਉਹਨਾਂ ਦੇ ਕਦਮਾਂ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।